बंदों कार्य अनुराग एकंकारा सतगुरु तेह प्रसाद सच होए। वाहिगुरु जी की फतेह विघन विनाशन सोए। वाहिगुरु जी की फतेह विघन विनाशन सोए। सतनाम श्री वाहिगुरु साहिब जी। जल दवै ग्रा हिलावत जल को तिम दोनों पेलत खल दल को। चीरत अंग चलाए कृपाना रिप को बार सिपर अगवाना। जन दवै गरा हिलावत जल को। वाहिगुरु जी का खालसा वाहिगुरु जी की फतेह। दसां पातशाहियां दी जोत तख्त चौर छतर दे मालक धन श्री गुरु ग्रंथ साहिब जी महाराज सतगुरां दी पावन पवित्र हजूरी अंदर जगत गुरु धन धन श्री गुरु नानक देव साहिब जी महाराज सतगुरां दे पावन अस्थान गुरुद्वारा श्री बेर साहिब जी विखे गुरु चरनां दी हाजरी भर रही गुरु की साजी नवाजी हुई साध संगत जी। सतगुरां ने किरपा कीती है अपने अमृतमयी दीदार बख्शे। सत संगत दा अमोलक सुभागा समा गुरु साहिब जी ने बख्शिश कीता है। अज पो महीने दी संगरांद दा दिहाड़ा है और देसी महीनिਆਂ ਦੇ ਵਿੱਚੋਂ ਇਹ ਸਾਧ ਸੰਗਤ ਜੀ ਸਾਲ ਦਾ 10ਵਾਂ ਮਹੀਨਾ ਹੈ। ਦੇਸੀ ਮਹੀਨੇ ਇਹਨਾਂ ਨੂੰ ਆਪਾਂ ਤਾਂ ਕਹਿ ਦਿੰਦੇ ਹਾਂ, ਆਮ ਹੀ ਆਪਣੀ ਬੋਲੀ ਦੇ ਵਿੱਚ ਆਪਾਂ ਇਹਨਾਂ ਨੂੰ ਦੇਸੀ ਮਹੀਨੇ ਕਹਿੰਦੇ ਹਾਂ, ਕਿਉਂਕਿ ਇਹ ਜਿਸ ਦੇਸ਼ ਦੇ ਅਸੀਂ ਵਾਸੀ ਹਾਂ, ਜੰਮਪਲ ਹਾਂ, ਇਹ ਇੱਥੋਂ ਦੇ ਮਹੀਨੇ ਆ। ਦੇਸੀ ਮਹੀਨੇ ਬਹੁਤ ਵਸਤੂਆਂ ਵਾ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੇ ਨਾਮ ਦੇ ਨਾਲ ਆਪਾਂ ਦੇਸੀ ਅੱਖਰ ਲਾਉਂਦੇ ਹਾਂ, ਤੇ ਬਹੁਤ ਵਸਤੂਆਂ ਵਾ ਜਿਨ੍ਹਾਂ ਦੇ ਨਾਲ ਆਪਾਂ ਅੰਗਰੇਜ਼ੀ ਅੱਖਰ ਲਾਉਂਦੇ ਹਾਂ ਵੀ ਇਹ ਵਿਦੇਸ਼ ਦੀਆਂ ਚੀਜ਼ਾਂ ਵਾ। ਇਹ ਜਿਹੜੇ ਮਹੀਨੇ ਇਹਨਾਂ ਨੂੰ ਆਪਾਂ ਦੇਸੀ ਮਹੀਨੇ ਕਹਿ ਦਿੰਦੇ ਹਾਂ। ਦੇਸੀ ਤਾਂ ਕਿਹਾ ਜਾਂਦਾ ਹੈ, ਦੇਸੀ ਅੱਖਰ ਮਾੜਾ ਨਹੀਂ, ਵੀ ਜਿਸ ਦੇਸ਼ ਦੇ ਅਸੀਂ ਰਹਿਣ ਵਾਲੇ ਹਾਂ ਇਹ ਇੱਥੋਂ ਦੇ ਮਹੀਨੇ ਹਨ। ਇਹਨਾਂ ਮਹੀਨਿਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਿਆ ਹੈ। ਗਰੀਬ ਨਵਾਜ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ 12 ਮਾਹਾਂ ਦੀ ਬਾਣੀ ਉਚਾਰਨ ਕੀਤੀ ਹੈ। 12 ਮਹੀਨਿਆਂ ਦੁਆਰਾ ਕਰਤਾ ਪੁਰਖ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਗੁਰਸਿੱਖਾਂ ਦੇ ਬੇਨਤੀ ਕਰਨ ਤੋਂ, ਬਾਬਾ ਬੁੱਢਾ ਸਾਹਿਬ ਜੀ ਦੇ ਬੇਨਤੀ ਕਰਨ ਤੋਂ, ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮਾਝ ਰਾਗ ਦੇ ਅੰਦਰ 12 ਮਾਹਾਂ ਦੀ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਆ ਹੈ। ਔਰ ਸਤਿਗੁਰੂ ਜੀ ਨੇ ਧੁਰਕੀ ਬਾਣੀ ਦੇ ਅੰਦਰ ਹਰੇਕ ਪੱਖ ਤੋਂ ਉਪਦੇਸ਼ ਦਿੱਤਾ। ਸਾਧ ਸੰਗਤ ਜੀ, ਸਾਨੂੰ ਜੋ ਕੁਝ ਕਰਤਾ ਪੁਰਖ ਨੇ ਰਚਨਾ ਰਚੀ ਹੈ ਨਾ, ਉਸ ਦੇ ਹਰੇਕ ਪੱਖ ਤੋਂ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੁਆਰਾ। ਦਿਨ ਤੇ ਰਾਤ ਹੈ, ਕਰਤਾ ਪੁਰਖ ਦੀ ਰਚਨਾ ਹੈ। ਦਿਨ ਹੈ, ਫਿਰ ਰਾਤ ਹੈ, ਫਿਰ ਦਿਨ ਹੈ, ਫਿਰ ਰਾਤ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ ਇੱਕ ਬਾਣੀ ਦਾ ਨਾਮ ਹੀ ਦਿਨ ਰੈਣ ਹੈ।
ਸਰਲੇਖ ਹੀ ਦਿਨ ਰੈਣ ਹੈ। ਦਿਨ ਰੈਣ ਦੁਆਰਾ ਵੀ ਉਪਦੇਸ਼ ਦਿੱਤਾ ਹੈ। ਫਿਰ ਹਫ਼ਤੇ ਦੇ 7 ਵਾਰ ਹਨ ਸਾਧ ਸੰਗਤ ਜੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਬਾਣੀ ਦਾ ਨਾਮ ਹੀ 7 ਵਾਰ ਹੈ। ਇੱਕ ਇੱਕ ਵਾਰ ਦੇ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਸਾਨੂੰ। ਫਿਰ ਸਾਲ ਦੀਆਂ 6 ਰੁੱਤਾਂ ਹਨ ਸਾਧ ਸੰਗਤ ਜੀ। 2 ਮਹੀਨਿਆਂ ਦੀ ਇੱਕ ਰੁੱਤ ਤੇ 12 ਮਹੀਨਿਆਂ ਵਿੱਚ 6 ਰੁੱਤਾਂ ਆਉਂਦੀਆਂ। ਤੇ ਸਤਿਗੁਰੂ ਜੀ ਨੇ ਰੁੱਤੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਰੁੱਤੀ ਬਾਣੀ ਉਚਾਰਨ ਕਰਕੇ ਉਪਦੇਸ਼ ਦਿੱਤਾ ਹੈ। ਫਿਰ 15 ਦਿਨਾਂ ਦਾ ਪੱਖ ਹੈ। ਹਨੇਰ ਪੱਖ ਤੇ ਚਾਨਣਾ ਪੱਖ, ਮੱਸਿਆ ਤੋਂ ਪੂਰਨਮਾਸ਼ੀ ਤੇ ਪੂਰਨਮਾਸ਼ੀ ਤੋਂ ਮੱਸਿਆ, ਜਿਨ੍ਹਾਂ ਨੂੰ ਥਿੱਤਾਂ ਕਿਹਾ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਥਿੱਤੀ ਬਾਣੀ ਉਚਾਰਨ ਕਰਕੇ ਉਪਦੇਸ਼ ਦਿੱਤਾ। ਸੁਖਮਨੀ ਸਾਹਿਬ ਦੀ ਸਮਾਪਤੀ ਤੋਂ ਅਗਲੀ ਬਾਣੀ ਥਿੱਤੀ ਆਉਂਦੀ ਹੈ। ਥਿੱਤੇ ਗੌੜੀ ਮਹੱਲਾ ਪੰਜਵਾ। 15 ਥਿੱਤਾਂ ਦੇ ਸਰਲੇਖ ਹੇਠ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਵਾਹਿਗੁਰੂ ਜੀ ਦੇ ਨਾਲ ਜੁੜਨ ਦਾ। ਜਿਵੇਂ ਜਪਜੀ ਸਾਹਿਬ ਚ ਮਹਾਰਾਜ ਨੇ ਆਖਿਆ ਰਾਤੀ, ਰੁੱਤੀ, ਥਿੱਤੀ, ਵਾਰ। ਤੇ ਕਈ ਵਾਰੀ ਇਹਨਾਂ ਦੇ ਉੱਤੇ ਝਗੜਾ ਵੀ ਹੋ ਜਾਂਦਾ। ਇਨਸਾਨ ਨੇ ਸਭ ਕੁਝ ਵੰਡ ਲਿਆ। ਇਹਨੇ ਤਾਂ ਰੱਬ ਵੀ ਵੰਡ ਲਿਆ, ਪਰਮੇਸ਼ਰ ਦੇ ਨਾਮ ਵੀ ਵੰਡ ਲਏ। ਪਰ ਗੁਰੂ ਸਾਹਿਬ ਜੀ ਨੇ ਸਭ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਦਿੱਤਾ। ਵੰਡਿਆਂ ਹੋਇਆਂ ਨੂੰ, ਖਿਲਰਿਆਂ ਹੋਇਆਂ ਨੂੰ ਇਕੱਠੇ ਕੀਤਾ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ ਸਾਹਿਬ ਜੀ ਨੇ। ਸਤਿਗੁਰੂ ਜੀ ਨੇ ਆਖਿਆ ਉਹ ਇੱਕੇ ਦੇ ਹੀ ਨਾਮ ਆ ਸਾਰੇ ਭਾਈ। ਤੁਸੀਂ ਵੰਡੀਆਂ ਪਾ ਕੇ ਬਹਿ ਗਏ। ਉਸੇ ਦਾ ਨਾਮ ਰਾਮ ਹੈ, ਉਸੇ ਦਾ ਨਾਮ ਖੁਦਾ ਹੈ, ਉਸੇ ਦਾ ਨਾਮ ਅੱਲਾ ਹੈ। ਉਸੇ ਨੂੰ ਗੁਸਾਈ ਕਿਹਾ ਜਾਂਦਾ, ਉਸੇ ਨੂੰ ਵਾਹਿਗੁਰੂ ਕਿਹਾ ਜਾਂਦਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅੱਲਾ ਹੈ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ, ਹੋ ਹਸਦੀ ਇੱਕ ਹੀ ਹੈ। ਭਾਸ਼ਾ ਕਰਕੇ, ਬੋਲੀ ਕਰਕੇ ਨਾਮ ਵੱਖਰੇ ਵੱਖਰੇ ਆ, ਪਦਾਰਥ ਦੇ ਵੀ ਨਾਮ ਵੱਖਰੇ। ਇਸੇ ਤਰ੍ਹਾਂ ਸਾਧ ਸੰਗਤ ਜੀ 12 ਮਹੀਨੇ ਆ। ਤੇ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ 12 ਮਹੀਨਿਆਂ ਦੁਆਰਾ ਵੀ ਉਪਦੇਸ਼ ਦਿੱਤਾ। ਤੇ ਅੱਜ ਜਿਹੜਾ ਮਹੀਨਾ ਆਰੰਭ ਹੋਇਆ ਹੈ, ਇਹਦਾ ਨਾਮ ਹੈ ਗੁਰਬਾਣੀ ਵਿੱਚ ਪੋਖ। ਆਪਾਂ ਆਪਣੀ ਭਾਸ਼ਾ ਵਿੱਚ ਪੋਹ ਕਹਿੰਦੇ ਹਾਂ। ਪੋਹ ਦਾ ਮਹੀਨਾ ਆਰੰਭ ਹੋਇਆ ਤੇ ਇਹਨੂੰ ਦੇਸੀ ਕਹਿੰਦੇ ਹਾਂ ਆਪਾਂ ਵੀ ਇਹ ਦੇਸੀ ਮਹੀਨੇ ਆ। ਉਂਝ ਇਹਨਾਂ ਮਹੀਨਿਆਂ ਦਾ ਸਾਨੂੰ ਪ੍ਰਚਾਰ ਵੱਧ ਤੋਂ ਵੱਧ ਕਰਨਾ ਚਾਹੀਦਾ। ਹਰ ਇੱਕ ਨੂੰ ਕਰਨਾ ਚਾਹੀਦਾ। ਕਿਉਂ ਕਰਨਾ ਚਾਹੀਦਾ ਹੈ? ਕਿਉਂਕਿ ਇਹ ਮਹੀਨੇ ਗੁਰਬਾਣੀ ਦੇ ਵਿੱਚ ਲਿਖੇ ਹੋਏ ਆ। ਇਹ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅੰਕਿਤ ਹਨ। ਪਰ ਅਸੀਂ ਇਹਨਾਂ ਮਹੀਨਿਆਂ ਦਾ ਪ੍ਰਚਾਰ ਘੱਟ ਕਰਦੇ ਹਾਂ ਤੇ ਅੰਗਰੇਜ਼ੀ ਵਾਲਿਆਂ ਦਾ ਜ਼ਿਆਦਾ ਕਰਦੇ ਹਾਂ। ਕੋਈ ਸਾਡੇ ਘਰ ਦਾ ਪ੍ਰੋਗਰਾਮ ਹੋਵੇ, ਅਸੀਂ ਤਰੀਕ ਅੰਗਰੇਜ਼ੀ ਹੀ ਮਿਥਦੇ ਹਾਂ, ਰੱਖਦੇ ਹਾਂ। ਪਰ ਜਿਸ ਸਤਿਗੁਰੂ ਜੀ ਨੂੰ ਅਸੀਂ ਨਮਸਕਾਰ ਕਰਦੇ ਹਾਂ, ਉਹਨਾਂ ਸਤਿਗੁਰਾਂ ਨੇ ਇਹਨਾਂ ਮਹੀਨਿਆਂ ਦਾ ਹੀ ਪ੍ਰਚਾਰ ਕੀਤਾ। ਸੰਗਰਾਂਦ ਇਹਨਾਂ ਮਹੀਨੇ, ਇਹ ਗੁਰੂ ਕਾਲ ਤੋਂ ਗੁਰੂ ਘਰ ਦੀ ਮਰਿਆਦਾ ਹੈ। ਜਦੋਂ ਪੰਜਵੇਂ ਪਾਤਸ਼ਾਹ ਨੇ ਮਾਝ ਰਾਗ ਅੰਦਰ 12 ਮਾਹਾਂ ਦੀ ਬਾਣੀ ਉਚਾਰਨ ਕੀਤੀ ਨਾ, ਤੇ ਨਾਲ ਹੀ ਸਿੱਖਾਂ ਨੂੰ ਕਹਿ ਦਿੱਤਾ ਭਾਈ ਜਿਸ ਦਿਨ ਸੰਗਰਾਂਦ ਦਾ ਦਿਹਾੜਾ ਹੋਵੇ ਉਸ ਦਿਨ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ 12 ਮਾਹਾਂ ਬਾਣੀ ਦਾ ਪਾਠ ਕਰਕੇ ਜਿਹੜਾ ਮਹੀਨਾ ਆਰੰਭ ਹੋਵੇ ਉਸ ਮਹੀਨੇ ਦਾ ਪਾਠ ਕੀਤਾ ਜਾਵੇ। ਉਸ ਮਹੀਨੇ ਦੀ ਵਿਆਖਿਆ ਕੀਤੀ ਜਾਵੇ ਸੰਗਤ ਦੇ ਵਿੱਚ। ਕਈ ਵਾਰੀ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਪੈ ਜਾਂਦੇ ਹਾਂ। ਇਸ ਤਰ੍ਹਾਂ ਦਾ ਕਿਹਾ ਜਾਂਦਾ ਹੈ ਕਿ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਪਰ ਐਸਾ ਨਹੀਂ ਹੈ ਸਾਧ ਸੰਗਤ ਜੀ। ਜਦੋਂ ਇਤਿਹਾਸ ਪੜ੍ਹਦੇ ਹਾਂ ਫਿਰ ਪਤਾ ਲੱਗਦਾ। ਸੰਗਰਾਂਦ ਕਹਿੰਦੇ ਆ ਮਹੀਨੇ ਦੇ ਪਹਿਲੇ ਦਿਨ ਨੂੰ। ਮਹੀਨੇ ਦੇ ਪਹਿਲੇ ਦਿਨ ਨੂੰ ਉਂਝ ਸੰਸਕ੍ਰਿਤ ਦਾ ਅੱਖਰ ਹੈ ਸੰਕਰਾਂਤ। ਸੰਗ ਭਲੀ ਪ੍ਰਕਾਰ, ਕ੍ਰਾਂਤ ਕ੍ਰਾਂਤੀ ਆਉਣੀ, ਤਬਦੀਲੀ ਆਉਣੀ ਸਮੇਂ ਦੇ ਵਿੱਚ। ਉਹਦੇ ਤੋਂ ਸੰਕਰਾਂਤ ਤੋਂ ਬਦਲ ਕੇ ਫਿਰ ਸੰਗਰਾਂਦ ਬਣਿਆ। ਤੇ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਮਰਿਆਦਾ ਚੱਲੀ ਆਉਂਦੀ ਹੈ ਕਿ ਜਿਹੜਾ ਮਹੀਨਾ ਆਰੰਭ ਹੋਵੇ ਉਸ ਦਿਨ ਉਸ ਸ਼ਬਦ ਦਾ ਪਾਠ ਕੀਤਾ ਜਾਵੇ ਸੰਗਤ ਦੇ ਵਿੱਚ। 12 ਮਾਹਾਂ ਬਾਣੀ ਦਾ ਪਾਠ ਕੀਤਾ ਜਾਵੇ। ਕਿਉਂਕਿ ਹਰੇਕ ਪੱਖ ਨੂੰ, ਸਾਡੀ ਜ਼ਿੰਦਗੀ ਦੇ ਹਰੇਕ ਸਮੇਂ ਨੂੰ ਸਫਲ ਕਰਨ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਨਾਲ ਜੋੜਿਆ।
ਭਾਵੇਂ ਜਨਮ ਦਾ ਸਮਾਂ ਹੈ, ਭਾਵੇਂ ਵਿਆਹ ਦਾ ਸਮਾਂ ਹੈ, ਭਾਵੇਂ ਚਲਾਣੇ ਦਾ ਸਮਾਂ ਹੈ। ਜੇ ਵਿਆਹ ਦਾ ਸਮਾਂ ਹੈ ਤੇ ਘੋੜੀਆਂ ਸਰਲੇਖ ਹੇਠ ਬਾਣੀ ਉਚਾਰਨ ਕੀਤੀ ਹੈ। ਲਾਵਾਂ ਸਰਲੇਖ, ਸਰਲੇਖ ਭਾਵੇਂ ਲਾਵਾਂ ਨਹੀਂ, ਪਰ 4 ਮਹਾਰਾਜ ਸਾਹਿਬ ਜੀ ਨੇ ਲਾਵਾਂ ਉਚਾਰਨ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਜਦੋਂ ਕੋਈ ਚੜ੍ਹਾਈ ਕਰਦਾ ਹੈ ਤੇ ਪਹਿਲੇ ਪਾਤਸ਼ਾਹੀ ਦੀ ਉਚਾਰਨ ਕੀਤੀ ਹੋਈ ਬਾਣੀ ਅਲਾਹਣੀਆਂ ਪੜ੍ਹੀ ਜਾਂਦੀ ਹੈ। ਹਰੇਕ ਪੱਖ ਤੋਂ ਕੋਈ ਮਹਾਰਾਜ ਨੇ ਪੱਖ ਛੱਡਿਆ ਹੀ ਨਹੀਂ ਹੈ। ਤੇ ਜਿਹੜਾ ਮਹੀਨਾ ਸਾਧ ਸੰਗਤ ਜੀ ਆਰੰਭ ਹੋਇਆ ਹੈ, ਇਹਦੇ ਨਾਲ ਸਾਡਾ ਇਤਿਹਾਸਕ ਪੱਖ ਵੀ ਬੜਾ ਡੂੰਘਾ ਹੈ। ਪੋਹ ਦੇ ਮਹੀਨੇ ਨਾਲ ਇੱਕ ਤੇ ਇਸ ਮਹੀਨੇ ਦੇ ਵਿੱਚ 10ਵੇਂ ਪਾਤਸ਼ਾਹ ਨੇ ਪ੍ਰਕਾਸ਼ ਧਾਰਿਆ। ਪੋਹ ਦੇ ਮਹੀਨੇ ਵਿੱਚ ਜਿਸ ਦਿਨ ਕਲਗੀਧਰ ਪਾਤਸ਼ਾਹੀ ਦਾ ਪ੍ਰਕਾਸ਼ ਹੋਇਆ, ਸਾਡਾ ਇਤਿਹਾਸ ਕਹਿੰਦਾ ਹੈ ਕਿ ਸੰਨ ਈਸਵੀ 1666 ਤੇ 22 ਦਸੰਬਰ ਸੇ ਤੇ ਬਿਕਰਮੀ ਸੰਮਤ 1723 ਤੇ 23 ਪੋਹ ਸੀ ਤੇ ਪੋਹ ਸੁਦੀ 7ਵੀਂ ਦਾ ਦਿਨ ਸੀ। 3 ਤਰੀਕਾਂ ਇਕੱਠੀਆਂ, 22 ਦਸੰਬਰ, 23 ਪੋਹ ਤੇ ਪੋਹ ਸੁਦੀ 7ਵੀਂ। ਮੱਸਿਆ ਤੋਂ ਅਗਲੇ ਦਿਨ ਏਕਮ ਸ਼ੁਰੂ ਹੁੰਦੀ ਹੈ ਤੇ 7ਵੇਂ ਦਿਨ ਜਾ ਕੇ 7ਵੀਂ ਹੁੰਦੀ ਹੈ। ਇਸ ਕਰਕੇ ਹਰ ਸਾਲ ਪੋਹ ਸੁਦੀ 7ਵੀਂ ਨੂੰ ਕਲਗੀਧਰ ਪਾਤਸ਼ਾਹੀ ਦਾ ਪ੍ਰਕਾਸ਼ ਗੁਰਪੁਰਬ ਪੋਹ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਜਿੱਥੇ ਇਸ ਮਹੀਨੇ ਵਿੱਚ ਪ੍ਰਕਾਸ਼ ਧਾਰਿਆ, ਉੱਥੇ ਇਸ ਮਹੀਨੇ ਦੇ ਵਿੱਚ ਆਨੰਦਪੁਰ ਸਾਹਿਬ, ਆਨੰਦਗੜ੍ਹ ਦਾ ਕਿਲ੍ਹਾ ਛੱਡਿਆ। ਆਪਾਂ ਲੜੀਵਾਰ ਇਤਿਹਾਸ ਵਿੱਚ ਸਾਰਾ ਪੜ੍ਹਦੇ ਸੁਣਦੇ ਆ ਰਹੇ ਹਾਂ। 6-7 ਪੋਹ ਦੀ ਵਿਚਾਲੀ ਰਾਤ ਮਹਾਰਾਜ ਸਾਹਿਬ ਜੀ ਨੇ ਕਿਲ੍ਹਾ ਛੱਡਿਆ ਤੇ 8 ਪੋਹ ਦੀ ਗਾਥਾ ਚੱਲ ਰਹੀ ਇਤਿਹਾਸ ਦੇ ਵਿੱਚ। 8 ਪੋਹ ਨੂੰ ਫਿਰ ਚਮਕੌਰ ਦੀ ਗੜ੍ਹੀ ਦਾ ਉਹ ਵਾਕਿਆਂਤ, ਉਹ ਜੰਗ ਹੋਣੀ ਤੇ ਗੁਰੂ ਕੇ ਵੱਡੇ ਸਾਹਿਬਜ਼ਾਦੇ ਤੇ 5 ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋਣੇ ਤੇ ਹੋਰ ਸਿੰਘ ਸ਼ਹੀਦ ਹੋਣੇ। 13 ਪੋਹ ਨੂੰ ਇਸੇ ਮਹੀਨੇ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਣੀ। ਇਹ ਸਾਡਾ ਇਤਿਹਾਸਕ ਸਾਂਝ ਵੀ ਇਸ ਮਹੀਨੇ ਦੇ ਨਾਲ। ਤੇ 2 ਮਿੰਟਾਂ ਦੇ ਨਾਲ ਇਸ ਮਹੀਨੇ ਦੇ ਦਰਸ਼ਨ ਕਰਕੇ ਆਪਾਂ ਲੜੀਵਾਰ ਇਤਿਹਾਸ ਦੇ ਨਾਲ ਜੁੜਦੇ ਹਾਂ। ਪੰਚਮ ਪਾਤਸ਼ਾਹ ਨੇ ਫਰਮਾਇਆ, ਓਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ। ਪੋਹ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਤੁਖਾਰ ਨਾਮ ਹੈ ਠੰਡ ਦਾ। ਇਸ ਮਹੀਨੇ 'ਚ ਬਰਫ਼ ਪੈਂਦੀ, ਕੋਰਾ ਪੈਂਦਾ, ਠੰਡ ਪੈਂਦੀ ਹੈ ਨਾ। ਸਤਿਗੁਰੂ ਕਹਿੰਦੇ ਉਹਨਾਂ ਨੂੰ ਠੰਡ ਪੋਹ ਦੇ ਮਹੀਨੇ ਦੀ ਨਹੀਂ ਵਿਆਪਦੀ, ਨਹੀਂ ਲੱਗਦੀ, ਜਿਨ੍ਹਾਂ ਦੇ ਕੰਠ ਦੇ ਨਾਲ ਪਰਮਾਤਮਾ ਪਤੀ ਮਿਲਿਆ ਹੋਇਆ, ਜਿਹੜੇ ਪ੍ਰਭੂ ਦੀ ਬੰਦਗੀ ਕਰਦੇ, ਸਿਮਰਨ ਕਰਦੇ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਜਿਨ੍ਹਾਂ ਦਾ ਮਨ ਪ੍ਰਭੂ ਦੇ ਚਰਨਾਂ ਕਮਲਾਂ ਦੇ ਨਾਲ ਵਿੰਨਿਆ ਹੋਇਆ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦਾ ਉਤਸ਼ਾਹ ਲੱਗਾ ਹੋਇਆ ਹੈ, ਉਹਨਾਂ ਨੂੰ ਭਾਈ ਪੋਹ ਦੇ ਮਹੀਨੇ ਦੀ ਠੰਡ ਵੀ ਨਹੀਂ ਵਿਆਪਦੀ ਹੈ, ਇਹ ਕੋਰਾ ਕੱਕਰ ਵੀ ਨਹੀਂ ਵਿਆਪਦਾ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਉਹਨਾਂ ਨੂੰ ਪ੍ਰਿਥਵੀ ਦੇ ਰੱਖਣਹਾਰ ਗੋਬਿੰਦ ਦੀ, ਸ੍ਰਿਸ਼ਟੀ ਦੇ ਪਾਲਣਹਾਰ ਗੋਪਾਲ ਦੀ ਰਾਏ, ਜੋ ਰਾਜਾ ਸਰੂਪ ਉਸ ਦੀ ਓਟ ਹੈ ਤੇ ਉਹਦੀ ਉਹ ਸੇਵਾ ਕਰਦੇ ਆ, ਭਗਤੀ ਕਰਦੇ ਆ ਤੇ ਸੇਵਾ ਦਾ ਲਾਭ ਲੈਂਦੇ ਹਨ। ਵਿਖਿਆ ਪੋਹੇ ਨਾ ਸਕਈ, ਮਿਲ ਸਾਧੂ ਗੁਣ ਗਾਹੋ। ਉਹਨਾਂ ਨੂੰ ਵਿਸ਼ੇ ਵਿਕਾਰ ਸਪਰਸ਼ ਵੀ ਨਹੀਂ ਕਰਦੇ, ਜਿਹੜੇ ਸਾਧੂ ਜਨਾਂ ਨਾਲ ਮਿਲ ਕਰਕੇ ਪ੍ਰਭੂ ਦੇ ਗੁਣ ਗਾਉਂਦੇ ਆ, ਪ੍ਰਭੂ ਦੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦੇ। ਵਿਖਿਆ ਨਾਮ ਵਿਕਾਰਾਂ ਦਾ ਵੀ ਆ, ਵਿਖਿਆ ਨਾਮ ਮਾਇਆ ਦਾ ਵੀ ਆ, ਉਹ ਮਾਇਆ ਤੋਂ ਵੀ ਨਿਰਲੇਪ ਰਹਿੰਦੇ ਆ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਐਸੇ ਗੁਰਮੁਖਾਂ ਦੀ ਜੀਵ ਆਤਮਾ ਜਿੰਦ ਜਿਸ ਕਰਤਾ ਪੁਰਖ ਵਿੱਚੋਂ ਪੈਦਾ ਹੋਈ ਸੀ, ਉਹਦੇ ਵਿੱਚ ਹੀ ਮਿਲ ਗਈ, ਕਿਉਂਕਿ ਉਹਨਾਂ ਨੇ ਸੱਚੀ ਪ੍ਰੀਤ ਕੀਤੀ ਆ। ਸੱਚੀ ਪ੍ਰੀਤ ਕਰਕੇ ਉਹਨਾਂ ਦਾ ਸਮਾਉਣਾ ਹੋਇਆ, ਸੱਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜੀ ਆਹੋ। ਕਰ ਨਾਮ ਹੱਥ ਦਾ, ਗਹਿ ਨਾਮ ਫੜਨ ਦਾ,
ਪਾਰ ਬ੍ਰਹਮ ਪਰਮੇਸ਼ਰ ਨੇ ਜੀਵ ਆਤਮਾ ਨੂੰ ਹੱਥ ਤੋਂ ਫੜ ਕਰਕੇ ਆਪਣੇ ਨਾਲ ਲੀਨ ਕਰ ਲਿਆ। ਬੁੱਧੀ ਰੂਪੀ ਹੱਥ ਫੜ ਕੇ, ਹਿਰਦਾ ਰੂਪੀ ਮਨ ਰੂਪੀ ਹੱਥ ਫੜ ਕੇ ਆਪਣੇ ਨਾਲ ਲੀਨ ਕਰ ਲਿਆ। ਤੇ ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲਿਆ, ਫਿਰ ਬਹੁੜ ਨਾ ਵਿਛੜਿਆ, ਉਹ ਦੁਬਾਰਾ ਨਹੀਂ ਵਿਛੜਦੇ। ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ। ਬਾਹਰ ਜਾਓ ਲੱਖ ਬੇਰੀਆ, ਹਰ ਸੱਜਣ ਅਗਮ ਅਗਾਹ। ਮਹਾਰਾਜ ਕਹਿੰਦੇ ਐਸਾ ਉਹ ਹਰੀ ਸੱਜਣ ਹੈ ਜੋ ਮਨ ਦੀ ਗਮਤਾ ਤੋਂ ਪਰੇ ਹੈ ਤੇ ਅਗਾਹੋ ਡੂੰਘਾ ਹੈ। ਉਸ ਤੋਂ ਲੱਖਾਂ ਵਾਰੀ ਬਲਿਹਾਰ ਜਾਈਏ, ਸਦਕੇ ਜਾਈਏ। ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਜਦੋਂ ਉਸ ਪ੍ਰਭੂ ਦੇ ਦਰ ਤੇ ਆ ਕੇ ਢਹਿ ਪਈਏ ਤੇ ਉਸ ਨਾਰਾਇਣ ਨੂੰ ਫਿਰ ਸ਼ਰਮ ਪੈਂਦੀ ਹੈ, ਲਾਜ ਪੈਂਦੀ ਹੈ ਵੀ ਇਹ ਹੁਣ ਸਾਰੇ ਦੁਆਰੇ ਛੱਡ ਕੇ ਮੇਰੇ ਦਰ ਤੇ ਆ ਕੇ ਢਹਿ ਪਿਆ ਹੈ। ਫਿਰ ਚੁੱਕ ਕੇ ਕੰਠ ਨਾਲ ਲਾ ਲੈਂਦੇ, ਜੋ ਸ਼ਰਨੇ ਆਵੈ ਤਿਸ ਕੰਠ ਲਾਵੈ ਉਹ ਬਿਰਧ ਸੁਆਮੀ ਸੰਦਾ। ਜਦੋਂ ਆ ਕੇ ਕੋਈ ਤਰਲਾ ਪਾਉਂਦਾ ਹੈ ਕਿ ਮਹਾਰਾਜ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਪੋਖ ਸੋਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ। ਮਹਾਰਾਜ ਪੋਹ ਦੇ ਮਹੀਨੇ ਦੁਆਰਾ ਕਹਿੰਦੇ ਭਾਈ ਉਹਨਾਂ ਦਾ ਹੀ ਪੋਹ ਦਾ ਮਹੀਨਾ ਸੋਭਨੀਕ ਹੁੰਦਾ ਹੈ, ਸੁਹੰਦਾ ਹੁੰਦਾ ਹੈ। ਤੇ ਉਹਨਾਂ ਜੀਵਾਂ ਨੂੰ ਸਾਰੇ ਸੁੱਖ ਮਿਲਦੇ ਆ ਜਿਨ੍ਹਾਂ ਉੱਤੇ ਬੇਪਰਵਾਹ ਪਰਮੇਸ਼ਰ ਬਖਸ਼ਿਸ਼ ਕਰਦਾ ਹੈ, ਜਿਨ੍ਹਾਂ ਦੇ ਗੁਨਾਹ ਖਤਾ ਗਲਤੀਆਂ ਬਖਸ਼ ਦਿੰਦਾ ਹੈ, ਪਿਛਲੀਆਂ ਬਖਸ਼ ਦਿੰਦਾ ਤੇ ਅਗਲੇ ਸਮੇਂ ਵਾਸਤੇ ਜਿਨ੍ਹਾਂ ਨੂੰ ਮਾਰਗ ਤੇ ਪਾ ਦਿੰਦਾ ਹੈ। ਜਿਨ੍ਹਾਂ ਉੱਤੇ ਬੇਪਰਵਾਹ ਪਰਮੇਸ਼ਰ ਬਖਸ਼ੀਸ਼ ਕਰਦਾ ਹੈ ਉਹਨਾਂ ਨੂੰ ਫਿਰ ਉਹਦੇ ਮਹੀਨੇ ਵਿੱਚ ਅਥਵਾ ਸਾਰੀ ਜੀਵਨ ਦੇ ਵਿੱਚ ਜ਼ਿੰਦਗੀ ਵਿੱਚ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ। ਇਹ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਲੜੀਵਾਰ ਇਤਿਹਾਸ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਤੋਂ ਆਗਿਆ ਲੈ ਕੇ 8 ਪੋਹ ਵਾਲੇ ਦਿਨ 1704 ਈਸਵੀ ਸਨ 1761 ਬਿਕਰਮੀ ਸੰਮਤ 8 ਪੋਹ ਦੇ ਦਿਨ ਦੀ ਲੜਾਈ ਤੁਰਕਾਂ ਦੇ ਨਾਲ, ਮੁਗਲਾਂ ਦੇ ਨਾਲ, ਪਹਾੜੀਆਂ ਦੇ ਨਾਲ ਚਮਕੌਰ ਨਗਰ ਦੇ ਵਿੱਚ ਉਸ ਗੜੀ ਦੇ ਵਿੱਚੋਂ ਨਿਕਲ ਕੇ ਸਿੰਘ ਜੂਝ ਰਹੇ ਹਨ। ਕੱਲ ਆਪਾਂ ਸਾਧ ਸੰਗਤ ਜੀ ਸਰਵਣ ਕੀਤਾ ਸੀ ਜਿਸ ਪ੍ਰਕਾਰ ਦੇ ਨਾਲ ਪਿਆਰੇ ਮੋਹਕਮ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਤੇ ਹੋਰ ਗੁਰੂ ਕੇ ਲਾਲਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਤੇ 5 ਪਿਆਰਿਆਂ ਵਿੱਚੋਂ ਫਿਰ 2 ਪਿਆਰੇ ਹਿੰਮਤ ਸਿੰਘ ਜੀ ਤੇ ਪਿਆਰੇ ਸਾਹਿਬ ਸਿੰਘ ਜੀ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਉਸ ਕੱਚੀ ਗੜੀ ਤੋਂ ਬਾਹਰ ਨਿਕਲ ਕੇ ਜਿਵੇਂ ਤੁਰਕਾਂ ਦੀ ਫੌਜ ਦੇ ਨਾਲ ਲੜ ਰਹੇ ਆ। ਇਹ ਗਾਥਾ ਚੱਲ ਰਹੀ ਹੈ। ਕਲਗੀਧਰ ਪਾਤਸ਼ਾਹ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵੀ ਜੀ ਕਹਿੰਦੇ ਆ ਵੀ ਜਾਣੋ ਕਿ ਇਹ ਪਿਆਰੇ ਹਿੰਮਤ ਸਿੰਘ ਜੀ ਤੇ ਪਿਆਰੇ ਸਾਹਿਬ ਸਿੰਘ ਜੀ ਦੁਸ਼ਮਣਾਂ ਦੀ ਫੌਜ ਦੇ ਵਿੱਚ ਜਿਸ ਵੇਲੇ ਜੰਗ ਕਰ ਰਹੇ ਆ, ਜਾਣੋ ਵੀ 2 ਤੰਦੂਏ ਹੀ ਜਿਵੇਂ ਜਲ ਨੂੰ ਹਿਲਾ ਰਹੇ ਹੋਣ, ਪਾਣੀ ਨੂੰ ਹਿਲਾ ਰਹੇ ਹੋਣ। ਇਸ ਤਰ੍ਹਾਂ ਦੋਵੇਂ ਗੁਰੂ ਕੇ ਸੂਰਮੇ ਸਿੰਘ ਤੁਰਕਾਂ ਤੇ ਪਹਾੜੀਆਂ ਦੇ ਸਮੂਹ ਦਲ ਨੂੰ ਦਬਾਈ ਫਿਰਦੇ ਆ, ਮੂਰਖਾਂ ਦੇ ਦਲ ਨੂੰ ਭਜਾਈ ਫਿਰਦੇ ਹਨ। ਪਿਆਰੇ ਹਿੰਮਤ ਸਿੰਘ ਤੇ ਪਿਆਰੇ ਸਾਹਿਬ ਸਿੰਘ ਇਸ ਤਰ੍ਹਾਂ ਕਿਰਪਾਨਾਂ ਚਲਾਉਂਦੇ ਆ ਤੇ ਦੁਸ਼ਮਣਾਂ ਦੇ ਅੰਗਾਂ ਨੂੰ ਚੀਰੀ ਜਾ ਰਹੇ ਹਨ। ਤੇ ਦੁਸ਼ਮਣਾਂ ਦੇ ਕੀਤੇ ਹੋਏ ਵਾਰ ਢਾਲ ਦੇ ਉੱਤੇ ਰੋਕਦੇ ਹਨ ਗੁਰੂ ਕੇ ਸੂਰਮੇ। ਬੁਲਾ ਲਓ ਮੜਾ। ਸੋ ਬਹੁਤ ਤੇਜ਼ੀ ਕਰਕੇ ਗੁਰੂ ਕੇ ਮਹਾਨ ਜੋ ਸੂਰਮੇ ਹਨ, ਜਾਣੋ ਕਿ ਫੌਜ ਰੂਪੀ ਜੰਗਲ ਦੇ ਵਿੱਚ ਮਸਤ ਹਾਥੀਆਂ ਦੀ ਤਰ੍ਹਾਂ ਇੱਧਰ ਉੱਧਰ ਵਿਚਰ ਰਹੇ ਹਨ। ਕਿਰਪਾਨਾਂ ਦੇ ਵਾਰ ਮਾਰ ਕੇ ਤੁਰਕਾਂ ਦੀ ਫੌਜ ਨੂੰ ਵੱਢ ਕੇ ਢੇਰ ਲਾ ਦਿੱਤੇ ਗੁਰੂ ਕੇ ਸਿੰਘਾਂ ਨੇ।
ਭਾਗ ਧਰ ਵਿਖਰਾਏ। ਕਹਿੰਦੇ ਟੋਟੇ ਟੋਟੇ ਕਰ ਦਿੱਤੇ, ਕਿਸੇ ਪਾਸੇ ਸਿਰ ਪਿਆ, ਕਿਸੇ ਪਾਸੇ ਧੜ ਪਿਆ, ਕਿਸੇ ਪਾਸੇ ਹੱਥ ਪਿਆ, ਕਿਸੇ ਪਾਸੇ ਪੈਰ ਪਏ। ਇਸ ਤਰ੍ਹਾਂ ਧਰਤੀ ਦੇ ਉੱਤੇ ਬਖੇਰ ਕੇ ਰੱਖ ਦਿੱਤੇ, ਖਿਲਾਰ ਕੇ ਰੱਖ ਦਿੱਤੇ। ਕਿੰਦਕ ਦੀਰਘ ਸੇ ਸਿਰ ਭਰੇ। ਤੇ ਜਾਣੋ ਕਹਿੰਦੇ ਵੀ ਵੱਡੇ ਵੱਡੇ ਦਵਾਣਿਆਂ ਵਰਗੇ ਸਿਰ ਸੀ ਉਹਨਾਂ ਦੇ ਮੁਗਲਾਂ ਦੇ, ਤੇ ਉਹ ਸਿਰ ਕਹਿੰਦੇ ਵੀ ਇਸ ਤਰ੍ਹਾਂ ਧਰਤੀ ਤੇ ਖਿਲਰੇ ਪਏ, ਜਾਣੋ ਕਿ ਵੱਡੀਆਂ ਗੇਂਦਾਂ ਹੀ ਪਈਆਂ। ਵੀ ਗੇਂਦਾਂ ਕੀ, ਵੀ ਵੱਡੇ ਜਿਵੇਂ ਫੁੱਟਬਾਲ ਪਏ ਹੁੰਦੇ ਆ, ਫੁੱਟਬਾਲ ਦੀ ਤਰ੍ਹਾਂ ਉਹ ਵੱਡੇ ਵੱਡੇ ਸਿਰ ਜਿਹੜੇ ਹਨ ਤੁਰਕਾਂ ਦੇ ਖਿਲਰੇ ਫਿਰਦੇ। ਕਰ ਪਗ ਕੱਟ ਡੰਡੇ ਗਨ ਕਰੇ। ਤੇ ਕਹਿੰਦੇ ਜਿਹੜੇ ਬਾਹਾਂ ਤੇ ਲੱਤਾਂ, ਹੱਥ ਪੈਰ ਜਿਹੜੇ ਖਿਲਰੇ ਪਏ ਆ, ਬਾਹਾਂ ਤੇ ਲੱਤਾਂ, ਉਹ ਜਾਣੋ ਵੀ ਜਿਵੇਂ ਡੰਡੇ ਪਏ ਆ, ਵੀ ਜਿਵੇਂ ਖੁੰਡੀਆਂ ਪਈਆਂ ਹੋਣ। ਆ ਪੈਰ ਵੀ ਨਾਲ ਆ ਤੇ ਉਹ ਸਾਰੀ ਲੱਤ ਪਈ ਹੈ, ਤੇ ਪੈਰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਖੁੰਡੀ ਦੀ ਤਰ੍ਹਾਂ ਹੁੰਦਾ, ਤੇ ਸਿਰ ਇਸ ਤਰ੍ਹਾਂ ਲੱਗਦੇ ਵੀ ਜਿਵੇਂ ਉਹ ਗੇਂਦਾਂ ਹੁੰਦੀਆਂ, ਖਿੱਦੋ ਹੁੰਦੀਆਂ। ਇਸ ਤਰੀਕੇ ਨਾਲ ਕਹਿੰਦੇ ਵੀ ਜਾਣੋ ਜਿਵੇਂ ਡੰਡੇ ਖਿਲਰੇ ਪਏ ਹਨ। ਲਤ ਬਹਾਦਰ ਦੋਨੋਂ ਹਰੇ। ਦੋਵੇਂ ਬਹਾਦਰ ਵਾਹਿਗੁਰੂ ਕੇ ਸੂਰਮੇ ਤੇ ਅੜੇ ਹੋਏ ਆ ਦੁਸ਼ਮਣਾਂ ਦੀ ਫੌਜ ਦੇ ਨਾਲ। 20 25 ਮਾਰਦ ਮਰੇ। ਕਹਿੰਦੇ ਕਿ ਜਿੱਧਰ ਨੂੰ ਪੈਂਦੇ 20 ਨੂੰ ਮਾਰ ਦਿੰਦੇ, 50 ਨੂੰ ਮਾਰ ਦਿੰਦੇ ਹਨ। ਇੱਕ ਸੇ ਅੰਤੇ ਪ੍ਰਾਣ ਨ ਜਬਲੋ। ਜਿੰਨਾ ਚਿਰ ਇਹਨਾਂ ਦੋਹਾਂ ਸਿੰਘਾਂ ਦੇ ਸਰੀਰ ਦੇ ਵਿੱਚੋਂ ਪ੍ਰਾਣ ਨਹੀਂ ਨਿਕਲੇ, ਰਿਪ ਕਨ ਕੋ ਸੰਘਾਰੈ ਤਬਲੋ। ਉਹਨਾਂ ਚਿਰ ਇਹ ਦੁਸ਼ਮਣਾਂ ਦੀ ਫੌਜ ਨੂੰ ਮਾਰੀ ਗਏ। ਪਿਆਰੇ ਹਿੰਮਤ ਸਿੰਘ ਤੇ ਪਿਆਰੇ ਸਾਹਿਬ ਸਿੰਘ, ਜਿੰਨਾ ਚਿਰ ਸਰੀਰ ਵਿੱਚੋਂ ਪ੍ਰਾਣ ਨਹੀਂ ਨਾ ਨਿਕਲੇ, ਸਰੀਰ ਵਿੱਚੋਂ ਜਾਨ ਨਹੀਂ ਨਿਕਲੀ, ਉਹਨਾਂ ਚਿਰ ਦੁਸ਼ਮਣੀ ਦੀ ਫੌਜ ਦੇ ਉੱਤੇ ਟੁੱਟ ਟੁੱਟ ਕੇ ਪੈਂਦੇ ਰਹੇ। ਹੋਏ ਸ਼ਹੀਦ ਅਪਸਰਾ ਆਵੇ। ਤੇ ਜਦੋਂ ਸਿੰਘ ਸ਼ਹੀਦ ਹੋ ਜਾਂਦੇ ਆ, ਫਿਰ ਕਹਿੰਦੇ ਵੀ ਦੇਵਲੋਕ ਦੀਆਂ ਅਪਸ਼ਰਾ ਆ ਜਾਂਦੀਆਂ। ਕਹਿ ਕਹਿ ਸਿੰਘ ਵਿਵਾਨ ਚੜਾਵੇ। ਜਦੋਂ ਇਹ ਦੋਵੇਂ ਗੁਰੂ ਕੇ ਸੂਰਮੇ ਸ਼ਹੀਦ ਹੋ ਗਏ ਤੇ ਇਹਨਾਂ ਵਾਸਤੇ ਆਕਾਸ਼ੀ ਵਿਵਾਨ ਆ ਗਏ। ਉਸ ਵੇਲੇ ਅਪਸ਼ਰਾ ਕਹਿ ਕਹਿ ਕੇ ਇਹਨਾਂ ਸਿੰਘਾਂ ਨੂੰ ਵਿਵਾਨ ਵਿੱਚ ਬੇਨਤੀਆਂ ਕਰਕੇ ਚੜਾਉਂਦੀਆਂ ਕਿ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਵਿਮਾਨਾਂ ਤੇ ਚੜਾ ਕੇ ਤੁਹਾਨੂੰ ਪ੍ਰਲੋਕ ਜਾਣ ਵਾਸਤੇ। ਤ੍ਰਿਪਤ ਨਾਰਨ ਤੇ ਰਿਪ ਕਨ ਹੀਰੈ। ਕਹਿੰਦੇ ਕਿ ਵਿਮਾਨ ਤੇ ਚੜ ਗਏ ਆ ਗੁਰੂ ਕੇ ਸੂਰਮੇ, ਪਰ ਫਿਰ ਵੀ ਜੰਗ ਕਰ ਕਰਕੇ ਤ੍ਰਿਪਤ ਨਹੀਂ ਹੋਏ, ਰੱਜੇ ਨਹੀਂ। ਵਿਮਾਨ ਉੱਤੇ ਰੂਹਾਂ ਚੜੀਆਂ ਹੋਈਆਂ, ਫਿਰ ਵੀ ਜੰਗ ਦੇ ਮੈਦਾਨ ਵੱਲ ਨੂੰ ਵੇਖ ਰਹੀਆਂ ਹਨ। ਤਜ ਵਿਵਾਨ ਮਾਰੈ ਦਿਸ ਬੇਰੈ। ਤੇ ਕਹਿੰਦੇ ਹਾਲੇ ਨਹੀਂ ਚੜਨਾ ਵਿਮਾਨ ਦੇ ਵਿੱਚ। ਵਿਮਾਨ ਵੀ ਜਿਹੜਾ ਆ ਆਕਾਸ਼ੀ ਵਿਮਾਨ, ਉਹਨੂੰ ਵੀ ਕਹਿੰਦੇ ਵੀ ਫਿਰ ਉੱਤਰ ਆਉਂਦੇ ਵਿੱਚੋਂ, ਕਹਿੰਦੇ ਵੀ ਹਾਲੇ ਇਹਨਾਂ ਨਾਲ 2 ਹੱਥ ਹੋਰ ਕਰ ਲਈਏ, ਫਿਰ ਵੀ ਆ ਕਰਕੇ ਲੜੀ ਜਾਂਦੇ ਹਨ ਸ਼ਹੀਦ ਹੋਣ ਤੋਂ ਬਾਅਦ ਵੀ। ਦੁੰਦਬ 34 ਵਜੈ ਜੁਝਾਰੂ। ਕਿਉਂਕਿ ਸ਼ਹੀਦ ਦੀ ਤੇ ਆਰੰਭਤਾ ਹੀ ਉਦੋਂ ਹੁੰਦੀ ਹੈ ਜਿਸ ਵੇਲੇ ਕੋਈ ਜੂਝ ਕੇ ਜੰਗ ਦੇ ਮੈਦਾਨ ਦੇ ਵਿੱਚ ਚੜ੍ਹਾਈ ਕਰਦਾ ਹੈ, ਤੇ ਉਸ ਵੇਲੇ ਸ਼ਹੀਦ ਦਾ ਜਨਮ ਹੁੰਦਾ। ਸ਼ਹੀਦ ਬਾਅਦ ਵਿੱਚ ਹੀ ਆਖਿਆ ਜਾਂਦਾ, ਤੇ ਇਸ ਕਰਕੇ ਸ਼ਹੀਦ ਅਮਰ ਹੋ ਜਾਂਦਾ, ਸ਼ਹੀਦ ਮਰਦਾ ਨਹੀਂ ਹੈ। ਸ਼ਹੀਦਾਂ ਨੂੰ ਸਦਾ ਨਮਸਕਾਰ ਕੀਤੀ ਜਾਂਦੀ, ਸ਼ਹੀਦਾਂ ਦੇ ਅੱਗੇ ਅਰਦਾਸਾਂ ਕੀਤੀਆਂ ਜਾਂਦੀਆਂ, ਤੇ ਸ਼ਹੀਦ ਹਰ ਵੇਲੇ ਹਾਜ਼ਰ ਰਹਿੰਦਾ। ਇਸ ਕਰਕੇ ਆਪਾਂ ਅਰਦਾਸ ਵਿੱਚ ਵੇਖੋ ਗੁਰੂ ਸਾਹਿਬ ਜੀ ਦੇ ਸਨਮੁਖ ਗਲ 'ਚ ਪੱਲਾ ਪਾ ਕੇ ਅਰਦਾਸ ਕਰਦੇ ਹਾਂ। ਜਿੱਥੇ ਸਤਿਗੁਰੂ ਸਾਹਿਬ ਜੀ ਨੂੰ ਸਿਮਰਦੇ ਹਾਂ, ਉੱਥੇ ਸ਼ਹੀਦਾਂ ਨੂੰ ਵੀ ਸਿਮਰਦੇ ਹਾਂ। 5 ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ, 8 ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਆਪਾਂ ਉਹਨਾਂ ਨੂੰ ਧਿਆਨ ਧਰ ਕੇ ਚੇਤੇ ਕਰਕੇ ਉਹਨਾਂ ਅੱਗੇ ਅਰਦਾਸ ਕਰਕੇ ਵਾਹਿਗੁਰੂ ਕਹਿੰਦੇ। ਇਸ ਕਰਕੇ ਸ਼ਹੀਦ ਅਮਰ ਹਨ, ਸ਼ਹੀਦ ਅਬਿਨਾਸੀ ਆ। ਕਹਿੰਦੇ ਵੀ ਵਿਮਾਨ ਵਿੱਚ ਉਤਰ ਕੇ ਆਉਂਦੇ, ਕਹਿੰਦੇ ਵੀ ਹਾਲੇ ਰੱਜੇ ਨਹੀਂ ਅਸੀਂ ਜੰਗ ਕਰਕੇ, ਇਹਨਾਂ ਦੇ ਨਾਲ ਹੋਰ ਜੰਗ ਕਰੀਏ। ਤੇ 4 ਛਫੇਰੇ ਬੜੇ ਜੁਝਾਰੂ ਨਗਾਰੇ ਖੜਕ ਰਹੇ ਆ, ਜਿਨ੍ਹਾਂ ਨੂੰ ਸੁਣ ਸੁਣ ਕੇ ਸੂਰਮਿਆਂ ਦੇ ਚਿੱਤ ਵਿੱਚ ਚਾਅ ਚੜਿਆ ਹੋਇਆ ਹੈ। ਇਹ ਦੋਵੇਂ ਪਿਆਰੇ ਸ਼ਹੀਦ ਹੋ ਗਏ ਜੰਗ ਦੇ ਮੈਦਾਨ ਵਿੱਚ, ਜੰਗ ਕਰਦਿਆਂ ਹੋਇਆ। ਪਿਆਰੇ ਹਿੰਮਤ ਸਿੰਘ ਜੀ ਤੇ ਪਿਆਰੇ ਸਾਹਿਬ ਸਿੰਘ ਜੀ।
ਸਤਿ ਸ੍ਰੀ ਅਕਾਲ। ਬਾਕੀ ਦੇ ਜੋ ਸਿੰਘ ਹਨ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ, ਕਹੇ ਸਿੰਘ ਅਬ ਅਵਸਰ ਆਸ਼ੋ। ਕਹਿੰਦੇ ਵੀ ਹੁਣ ਇਹ ਜਿਹੜਾ ਹੈ ਨਾ ਬਹੁਤ ਚੰਗਾ ਅਵਸਰ ਹੈ, ਚੰਗਾ ਮੌਕਾ ਹੈ। ਮਾਰੋ ਕੱਢਦੇ ਬਾਹਰ ਗਾਛੋ। ਕਹਿੰਦੇ ਜਿਵੇਂ ਆਪਣੇ ਸਾਥੀ ਬਾਹਰ ਨਿਕਲ ਕਰਕੇ ਜੰਗ ਕਰਦੇ ਹੋਏ ਆ ਇਹਨਾਂ ਬੇਈਮਾਨਾਂ ਦੇ ਨਾਲ, ਝੂਠਿਆਂ ਦੇ ਨਾਲ, ਜਿਨ੍ਹਾਂ ਨੇ ਕਸਮਾਂ ਖਾ ਕੇ ਭੁਲਾ ਦਿੱਤੀਆਂ। ਸਿੰਘ ਆਪਣੇ ਸਾਥੀ ਸ਼ਹੀਦ ਹੋ ਗਏ, ਆਪਾਂ ਵੀ ਬਾਹਰ ਨਿਕਲ ਗਏ ਜਿੰਨੇ ਬਾਕੀ ਹੈ ਗੜੀ ਦੇ ਵਿੱਚ। ਕਲਗੀਧਰ ਪਾਤਸ਼ਾਹ ਦੇ ਸਿੰਘ ਕਹਿੰਦੇ ਸਮਾਂ ਬੜਾ ਚੰਗਾ ਹੈ, ਅਵਸਰ ਹੈ, ਮੌਕਾ ਹੈ, ਤੇ ਬਾਹਰ ਨਿਕਲ ਕਰਕੇ ਜੰਗ ਕਰੀਏ। ਗੁਰ ਹਜੂਰ ਨਿਜ ਜਨਮ ਸੁਧਾਰੋ। ਕਹਿੰਦੇ ਗੁਰੂ ਕੀ ਹਜ਼ੂਰੀ ਵਿੱਚ ਆਪਾਂ ਤੇ ਸਤਿਗੁਰਾਂ ਦੇ ਸਾਹਮਣੇ ਲੜ ਕੇ ਮਰੀਏ, ਸ਼ਹੀਦੀ ਪਾਈਏ ਤੇ ਆਪਣਾ ਜਨਮ ਸੁਧਾਰ ਲਈਏ, ਆਪਣਾ ਜਨਮ ਸਫਲਾ ਕਰ ਲਈਏ। ਵੇਖੋ ਸਾਡਾ ਕਿਰਦਾਰ ਕਿੱਡਾ ਉੱਚਾ ਸੀ, ਕਿੱਡਾ ਉੱਚਾ ਸੀ ਵੀ ਚਾਅ ਚੜ੍ਹਦਾ ਸੀ ਧਰਮ ਯੁੱਧ ਵਾਸਤੇ, ਚਾਅ ਚੜ੍ਹਦਾ ਸੀ ਧਰਮ ਤੋਂ ਕੁਰਬਾਨ ਹੋਣ ਵਾਸਤੇ, ਮੌਤ ਤੋਂ ਡਰ ਨਹੀਂ ਸੀ ਲੱਗਦਾ। ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਤੇ ਕਿੰਨਾ ਸਾਧ ਸੰਗਤ ਜੀ ਮਾਣ ਆਉਂਦਾ ਹੈ ਵੀ ਕਿਹੋ ਜਿਹੇ ਸਿੰਘ ਮਹਾਰਾਜ ਸਾਹਿਬ ਜੀ ਨੇ ਪ੍ਰਗਟ ਕੀਤੇ। ਜੰਗ ਦੇ ਮੈਦਾਨ ਨੂੰ ਜਾਣ ਵਾਸਤੇ ਚਾਅ ਚੜ੍ਹਦਾ, ਜਿਵੇਂ ਮਹਾਰਾਜ ਨੇ ਗੁਰਬਾਣੀ ਚ ਆਖਿਆ ਨਾ, ਰਣ ਦੇਖ ਸੂਰੇ ਚੇਤੇ ਉਲਾਸ, ਕਿ ਜੰਗ ਦੇ ਮੈਦਾਨ ਨੂੰ ਵੇਖ ਕੇ ਸੂਰਮੇ ਦੇ ਚਿੱਤ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ। ਤੇ ਜਿਨ੍ਹਾਂ ਤੇ ਗੁਰੂ ਸਾਹਿਬ ਰਹਿਮਤ ਕਰਦੇ, ਬਖਸ਼ਿਸ਼ਾਂ ਕਰਦੇ, ਸਾਰਿਆਂ ਸਮਿਆਂ ਵਿੱਚ ਹੀ ਉਹਨਾਂ ਨੂੰ ਇਸ ਤਰ੍ਹਾਂ ਦੀ ਬਖਸ਼ਿਸ਼ ਕਰਦੇ ਆ, ਇਸ ਤਰ੍ਹਾਂ ਦੀ ਬਹਾਦਰੀ ਦਿੰਦੇ ਮਹਾਰਾਜ। ਤਾਂ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਚਾਅ ਚੜਿਆ ਹੋਇਆ ਹੈ। ਕਹਿੰਦੇ ਵੀ ਗੁਰੂ ਕੀ ਹਜ਼ੂਰੀ ਦੇ ਵਿੱਚ ਸਾਹਮਣੇ ਮਹਾਰਾਜ ਸਾਹਿਬ ਜੀ ਦੇ ਲੜ ਕਰਕੇ ਸ਼ਹੀਦ ਹੋਈਏ ਤੇ ਆਪਣਾ ਜਨਮ ਸਫਲਾ ਕਰ ਲਈਏ। ਖੜਗ ਨਿਕਾਰੋ ਰਿਪਗਨ ਮਾਰੋ। ਖੜਗਾਂ, ਤਲਵਾਰਾਂ, ਕਿਰਪਾਨਾਂ ਕੱਢ ਲਵੋ ਤੇ ਸਮੂਹ ਦੁਸ਼ਮਣਾਂ ਨੂੰ ਮਾਰੀਏ। ਇੱਕ ਘਟਕਾ ਮੈਂ ਲਾਭ ਵਿਸਾਲੇ। ਆਪਸ ਵਿੱਚ ਕਹਿੰਦੇ ਆ ਗੜੀ ਦੇ ਵਿੱਚ ਸਿੰਘ ਕਹਿੰਦੇ ਇੱਕ ਘੜੀ ਕੁ ਵੀ ਲੜ ਗਏ ਨਾ, ਇੱਕ ਘੜੀ ਕੁ ਦਾ ਸਮਾਂ ਵੀ ਇੱਥੇ ਜੰਗ ਦੇ ਵਿੱਚ ਇੱਕ ਘੜੀ 'ਚ ਹੀ ਬੜਾ ਲਾਭ ਮਿਲ ਜਾਣਾ, ਬਹੁਤ ਵੱਡਾ ਲਾਭ ਮਿਲ ਜਾਣਾ ਹੈ ਇੱਕ ਘੜੀ ਵਿੱਚ, 24-25 ਮਿੰਟ ਦੇ ਵਿੱਚ ਹੀ। ਲਾਖੋਂ ਬਰਖ ਜਥਾ ਤਪ ਘਾਲੇ। ਕਹਿੰਦੇ ਵੀ ਇੰਨਾ ਲਾਭ ਮਿਲ ਜਾਣਾ ਵਾ 24 ਮਿੰਟਾਂ ਦੇ ਵਿੱਚ, ਇੱਕ ਘੜੀ ਦੇ ਵਿੱਚ, ਜਿੰਨਾ ਕਿ ਲੱਖਾਂ ਸਾਲ ਵੀ ਉਮਰ ਹੋਵੇ ਤੇ ਲੱਖਾਂ ਸਾਲ ਤਪੱਸਿਆ ਕਰੀਏ ਤੇ ਜਿੰਨਾ ਲਾਭ ਪ੍ਰਾਪਤ ਹੋਣਾ ਵਾ ਇੱਕ ਘੜੀ 'ਚ ਇੰਨਾ ਲਾਭ ਮਿਲ ਜਾਣਾ ਹੈ। ਪ੍ਰੀਤੀ ਦਾਨ ਅਸਲੇਦ ਕਰਨ ਕੋ। ਕਹਿੰਦੇ ਵੀ ਇਹਦੇ ਨਾਲੋਂ ਵੀ ਵੱਡਾ ਲਾਭ ਮਿਲ ਜਾਣਾ ਵੀ ਜਿੰਨਾ ਜ਼ਮੀਨ ਧਰਤੀ ਦਾਨ ਕਰਨ ਦਾ ਤੇ ਅਸਮੇਤ ਜੱਗ ਕਰਨ ਦਾ ਜਿੰਨਾ ਫਲ ਪ੍ਰਾਪਤ ਹੁੰਦਾ ਹੈ, ਉਹਦੇ ਨਾਲੋਂ ਵੀ ਵਧੇਕ ਆਪਾਂ ਨੂੰ ਫਲ ਮਿਲਣਾ ਹੈ। ਤਿਸ ਫਲ ਗੁਰ ਢਿੰਗ ਜੰਗ ਲਰਨ ਕੋ। ਉਹੋ ਜਿਹਾ ਫਲ, ਜਿੰਨਾ ਫਲ ਧਰਤੀ ਦਾਨ ਕਰਨ ਦਾ ਤੇ ਅਸਮੇਤ ਜੱਗ ਕਰਨ ਦਾ ਹੈ ਨਾ, ਉਸ ਤਰ੍ਹਾਂ ਦਾ ਫਲ ਕਹਿੰਦੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੁਸ਼ਮਣਾਂ ਦੇ ਨਾਲ ਜੰਗ ਕਰਨ ਦਾ ਫਲ ਮਿਲੇਗਾ। ਮਾਤਾ ਪਿਤਾ ਧਨ ਜਿਸ ਗੇਰਾ। ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਨੂੰ ਸਲਾਹੁੰਦੇ ਆ ਸਿੰਘ, ਕਹਿੰਦੇ ਵੀ ਇਹਨਾਂ ਸਿੰਘਾਂ ਦੇ ਮਾਤਾ ਵੀ ਧਨ, ਜਨਮ ਦੇਣ ਵਾਲੀ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਇਹਨਾਂ ਦੇ ਪਿਤਾ ਵੀ ਧਨ, ਜਿਹੜੇ ਸਿੰਘ ਸ਼ਹੀਦੀਆਂ ਪਾ ਗਏ, ਭਾਈ ਕੋਠਾ ਸਿੰਘ ਜੀ, ਭਾਈ ਮਦਨ ਸਿੰਘ ਜੀ, ਭਾਈ ਦਾਨ ਸਿੰਘ ਜੀ, ਭਾਈ ਖਜਾਨ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਉਹਨਾਂ ਦੇ ਮਾਤਾ ਪਿਤਾ ਵੀ ਧਨ ਹੋ ਗਏ। ਜਨਮ ਧਨ ਕਰ ਲੀਨ ਬਡੇਰਾ। ਸਿੰਘ ਕਹਿੰਦੇ ਇਹਨਾਂ ਸਿੰਘਾਂ ਨੇ ਸ਼ਹੀਦੀਆਂ ਪਾ ਕੇ ਆਪਣੇ ਜਨਮ ਨੂੰ ਬਹੁਤ ਵੱਡਾ ਸਫਲਾ ਕਰ ਲਿਆ, ਆਪਣੇ ਜਨਮ ਨੂੰ ਧਨ ਕਰ ਲਿਆ, ਧਨ ਸਫਲਾ ਹੋ ਗਿਆ, ਧਨ ਹੋ ਗਿਆ ਜਨਮ। ਵੇਖੋ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਸਾਧ ਸੰਗਤ ਜੀ, ਕਿਸੇ ਰਾਜੇ ਨੂੰ, ਕਿਸੇ ਮਹਾਰਾਜੇ ਨੂੰ ਧਨ ਨਹੀਂ ਆਖਿਆ ਜਾਂਦਾ, ਪਰ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਆਪਾਂ ਸਮਰਪਿਤ ਕੀਤਾ, ਸੇਵਾ ਕੀਤੀ, ਸਿਮਰਨ ਕੀਤਾ, ਜਿਨ੍ਹਾਂ ਦਾ ਜਨਮ ਸਫਲਾ ਹੋ ਗਿਆ, ਉਹਨਾਂ ਨੂੰ ਧਨ ਕਿਹਾ ਜਾਂਦਾ। ਇਹਨਾਂ ਸਿੰਘਾਂ ਨੂੰ ਆਪਾਂ ਹਰ ਸਾਲ ਇਹਨਾਂ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ, ਵਿਸ਼ੇਸ਼ ਕਰਕੇ ਸਾਲ ਬਾਅਦ ਜਦੋਂ ਦਿਹਾੜੇ ਮਨਾਏ ਜਾਂਦੇ ਉਦੋਂ ਤੇ ਸਾਰੀ ਸ੍ਰਿਸ਼ਟੀ ਧਨ ਕਹਿੰਦੀ ਆ,
ਪਰ ਇਹਨਾਂ ਨੂੰ ਤੇ ਆਪਾਂ ਰੋਜ਼ ਧੰਨ ਕਹਿੰਦੇ ਹਾਂ। ਇਹਨਾਂ ਨੂੰ ਤੇ ਆਪਾਂ ਰੋਜ਼ ਅਰਦਾਸ ਵਿੱਚ ਚੇਤੇ ਕਰਦੇ ਹਾਂ। ਇੱਕ ਦਿਨ ਵਿੱਚ ਕਈ ਵਾਰੀ ਅਰਦਾਸ ਹੁੰਦੀ ਆ ਤੇ ਕਈ ਵਾਰੀ ਇਹਨਾਂ ਸਿੰਘਾਂ ਨੂੰ ਆਪਾਂ ਚੇਤੇ ਕਰਦੇ ਹਾਂ। ਕਿੰਨੇ ਧੰਨ ਹੋ ਗਏ। ਇੱਥੇ ਸਾਰੇ ਦੇਸ਼ ਦੇ ਰਾਜ ਕਰਨ ਵਾਲੇ ਬਾਦਸ਼ਾਹ ਵੀ ਹੋਏ, ਉਹਨਾਂ ਨੂੰ ਕਦੀ ਕਿਸੇ ਨੇ ਧੰਨ ਥੋੜ੍ਹਾ ਆਖਿਆ। ਧੰਨ ਉਹ ਹੈ ਜਿਹਨੇ ਗੁਰੂ ਕੀ ਸਿੱਖੀ ਕਮਾਈ ਹੈ। ਧੰਨ ਉਹ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਆਪਣੀ ਹਿਰਦੇ ਵਸਾਇਆ। ਔਰੰਗਜ਼ੇਬ ਨੂੰ ਕਦੀ ਕਿਸੇ ਨੇ ਧੰਨ ਆਖਿਆ? ਵਜ਼ੀਰ ਖਾਨ ਨੂੰ ਕਦੀ ਕਿਸੇ ਨੇ ਧੰਨ ਆਖਿਆ? ਆਹ ਲਾਹੌਰੀ ਸੂਬਾ ਜਿਹੜਾ ਘੇਰਾ ਪਾ ਕੇ ਬੈਠਾ ਜੇਰ ਦਸਤਕਾਂ, ਇਹਨੂੰ ਕਦੀ ਕਿਸੇ ਨੇ ਧੰਨ ਆਖਿਆ? ਖਵਾਜੇ ਮਰਦੂਦ ਨੂੰ ਕਦੀ ਕਿਸੇ ਨੇ ਧੰਨ ਆਖਿਆ? ਇੱਕ ਵਾਰੀ ਆਨੰਦਪੁਰ ਸਾਹਿਬ ਵੀ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ। ਕਹਿਣ ਲੱਗੇ, ਵੇਖੋ ਭਗਤ ਕਬੀਰ ਸਾਹਿਬ ਤਾਣੀ ਉਣ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ, ਤਾਣੀ ਉਣ ਕੇ। ਤੇ ਉਸ ਕਬੀਰ ਸਾਹਿਬ ਜੀ ਨੇ ਭਗਤੀ ਕੀਤੀ, ਸਿਮਰਨ ਕੀਤਾ, ਤੇ ਦੁਨੀਆ ਧੰਨ ਕਬੀਰ ਸਾਹਿਬ ਕਹਿੰਦੀ ਆ। ਤੇ ਜਿਸ ਬਾਦਸ਼ਾਹ ਨੇ ਭਗਤ ਕਬੀਰ ਸਾਹਿਬ ਜੀ ਨੂੰ ਬੰਨ੍ਹ ਕਰਕੇ ਗੰਗਾ ਦੇ ਵਿੱਚ ਸਟਵਾਇਆ ਸੀ, ਉਸ ਬਾਦਸ਼ਾਹ ਦਾ ਕਿਸੇ ਨੂੰ ਨਾਮ ਨਹੀਂ ਚੇਤੇ। ਕੋਈ ਚੇਤੇ ਨਹੀਂ ਕਿਸੇ ਨੂੰ ਵੀ ਕਿਹੜਾ ਬਾਦਸ਼ਾਹ ਜਿਹਨੇ ਕਬੀਰ ਸਾਹਿਬ ਜੀ ਨੂੰ ਗੰਗਾ 'ਚ ਸਟਵਾਇਆ ਸੀ, ਹਾਥੀ ਅੱਗੇ ਸਟਵਾਇਆ ਸੀ। ਜਿਹੜਾ ਕੋਈ 2-4 ਇਤਿਹਾਸ ਪੜ੍ਹਦੇ ਜਾਂ ਸੁਣਦੇ ਉਹਨਾਂ ਨੂੰ ਤੇ ਚੇਤੇ ਹੋਊਗਾ, ਨਹੀਂ ਤੇ ਦੁਨੀਆ ਨੂੰ ਉਸ ਬਾਦਸ਼ਾਹ ਦਾ ਨਾਂ ਨਹੀਂ ਚੇਤੇ ਹੈਗਾ। ਤੇ ਕਬੀਰ ਸਾਹਿਬ ਜੀ ਦਾ ਨਾਮ ਬੱਚੇ ਨੂੰ ਚੇਤੇ ਆ। ਕਿਉਂ ਚੇਤੇ ਆ? ਕਿਉਂਕਿ ਨਾਮ ਜਪਿਆ, ਬੰਦਗੀ ਕੀਤੀ, ਜਨਮ ਧੰਨ ਹੋ ਗਿਆ। ਤਾਂ ਸਿੰਘ ਕਹਿ ਰਹੇ ਆ ਵੀ ਇਹ ਜਿਹੜੇ ਸ਼ਹੀਦੀਆਂ ਪਾ ਗਏ ਨਾ, ਇਹਨਾਂ ਦੇ ਮਾਤਾ ਪਿਤਾ ਵੀ ਧੰਨ, ਇਹਨਾਂ ਦਾ ਜਨਮ ਵੱਡਾ ਸਫਲਾ ਹੋ ਗਿਆ, ਜਨਮ ਵੀ ਧੰਨ ਕਰ ਲਿਆ। ਇਸ ਤਰ੍ਹਾਂ ਵੱਡੇ ਹੀ ਮਹਾਤਮ ਨੂੰ ਚਿੱਤ ਵਿੱਚ ਜਾਣਿਆ ਸਿੰਘਾਂ ਨੇ। ਤੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਗੜੀ ਦੇ ਵਿੱਚ ਹੁਕਮ ਲੈਂਦੇ ਕਿ ਮਹਾਰਾਜ ਸਾਨੂੰ ਵੀ ਹੁਕਮ ਦਿਓ, ਆਪਣਾ ਹੁਕਮ ਕਰੋ, ਆਗਿਆ ਦਿਓ, ਅਸੀਂ ਵੀ ਆਪਣੇ ਭਰਾਵਾਂ ਵਾਂਗੂ ਬਾਹਰ ਜਾਈਏ ਤੇ ਜੰਗ ਦੇ ਮੈਦਾਨ ਦੇ ਵਿੱਚ ਲੜੀਏ। ਮਹਾਰਾਜ ਸਾਨੂੰ ਵੀ ਆਗਿਆ ਦਿਓ, 10-20 ਨੂੰ ਤੇ ਮਾਰਾਂਗੇ ਅਸੀਂ ਵੀ, ਆਗਿਆ ਦਿਓ ਬਾਹਰ ਜਾਣ ਦੀ। ਕੋਈ 10 ਵੀ ਕਰਾਂਗੇ ਹੀ ਨਾ ਮਹਾਰਾਜ ਖਤਮ, ਆਪ ਜੀ ਦੀ ਆਗਿਆ ਹੋਵੇ। ਤੇ ਮਹਾਰਾਜ ਲੜਦਿਆਂ ਪ੍ਰਾਣ ਛੱਡ ਜਾਵਾਂਗੇ ਤੇ ਆਪ ਜੀ ਦੇ ਚਰਨਾਂ 'ਚ ਪਹੁੰਚ ਜਾਵਾਂਗੇ, ਸੱਚਖੰਡ ਵਿੱਚ ਅਸੀਂ ਪਹੁੰਚਾਂਗੇ। ਜਿੱਥੇ ਬਾਹਰ ਇੱਕ ਸਾਰ ਤੀਰ ਤੇ ਗੋਲੀਆਂ ਬਹੁਤੇ ਵਰ ਰਹੇ ਹਨ, ਵਰਖਾ ਹੀ ਹੋ ਰਹੀ ਹੈ। ਕਹਿੰਦੇ ਜਿਹੜੇ ਮਰੇ ਪਏ ਉਹਨਾਂ ਦੇ ਉੱਤੇ ਅੰਬਾਰ ਲੱਗੇ ਪਏ, ਢੇਰ ਲੱਗੇ ਪਏ ਲਾਸ਼ਾਂ ਦੇ, ਤੇ ਹਜ਼ਾਰਾਂ ਹੀ ਜ਼ਖਮੀ ਹੋਏ ਪਏ ਹਨ। ਤਾਂ ਜਦੋਂ 2 ਪਿਆਰੇ ਸ਼ਹੀਦੀ ਪਾ ਗਏ ਨਾ, ਜਿਨ੍ਹਾਂ ਦਾ ਪਿੱਛੇ ਜ਼ਿਕਰ ਆਇਆ, ਉਸ ਵੇਲੇ ਫਿਰ 5 ਜਿਹੜੇ ਮੁਕਤੇ ਸਿੰਘ ਹਨ, ਸੂਰਬੀਰ, ਉਹਨਾਂ ਦੇ ਨਾਮ ਆ 5 ਮੁਕਤਿਆਂ ਸਿੰਘਾਂ ਦੇ। ਇਹਨਾਂ ਨੂੰ ਮਹਾਰਾਜ ਨੇ ਮੁਕਤੇ ਸੰਗਿਆ ਕਲਗੀਧਰ ਪਾਤਸ਼ਾਹ ਨੇ ਦਿੱਤੀ ਸੀ ਸਾਧ ਸੰਗਤ ਜੀ ਆਨੰਦਪੁਰ ਸਾਹਿਬ। ਜਿਵੇਂ 5 ਨੂੰ ਪਿਆਰਿਆਂ ਦਾ ਖਿਤਾਬ ਦਿੱਤਾ ਨਾ, ਜਦੋਂ ਖਾਲਸੇ ਦੀ ਸਾਜਨਾ ਕੀਤੀ ਤੇ ਮਹਾਰਾਜ ਸਾਹਿਬ ਜੀ ਨੇ 5 ਨੂੰ ਪਹਿਲਾਂ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ 5 ਤੋਂ ਆਪ ਛਕਿਆ। ਉਹਨਾਂ ਨੂੰ ਆਖਿਆ ਇਹ ਸਾਡੇ 5 ਪਿਆਰੇ ਆ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ ਤੇ ਪਿਆਰੇ ਸਾਹਿਬ ਸਿੰਘ। ਉਹਨਾਂ 5 ਤੋਂ ਜਿਨ੍ਹਾਂ ਬਾਅਦ 5 ਸਿੰਘਾਂ ਨੇ ਅੰਮ੍ਰਿਤ ਛਕਿਆ ਨਾ, ਉਹਨਾਂ ਨੂੰ ਮਹਾਰਾਜ ਨੇ ਆਖਿਆ ਇਹ 5 ਸਾਡੇ ਮੁਕਤੇ ਆ। ਇਸ ਕਰਕੇ ਇਹਨਾਂ 5 ਮੁਕਤਿਆਂ ਦਾ ਬਹੁਤ ਘੱਟ ਸਿੰਘਾਂ ਨੂੰ, ਸੰਗਤ ਨੂੰ ਜਾਣਕਾਰੀ ਹੈ। 40 ਮੁਕਤੇ ਤਾਂ ਹੈ ਹੀ ਆ ਨਾ। ਖਿਦਰਾਣੇ ਦੀ ਢਾਬ ਵਾਲੇ ਭਾਈ ਮਹਾਂ ਸਿੰਘ ਜੀ ਦੇ ਸਾਥੀ 40 ਮੁਕਤੇ, ਤੇ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਾਰੇ, ਇਹਨਾਂ ਨੂੰ ਵੀ ਮੁਕਤੇ ਕਿਹਾ ਜਾਂਦਾ ਹੈ। ਪਰ 40 ਮੁਕਤੇ ਉਹ ਖਿਦਰਾਣੇ ਦੀ ਢਾਬ ਵਾਲੇ, ਜਿਨ੍ਹਾਂ ਨੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਸਾਹਿਬ ਬਣਵਾ ਦਿੱਤਾ, ਉਹ 40 ਮੁਕਤੇ ਆ। ਪਰ ਜਿਨ੍ਹਾਂ ਨੇ 5 ਪਿਆਰਿਆਂ ਤੋਂ ਬਾਅਦ 5 ਨੇ ਅੰਮ੍ਰਿਤ ਛਕਿਆ ਸੀ, ਉਹਨਾਂ ਨੂੰ ਵੀ ਮਹਾਰਾਜ ਨੇ ਮੁਕਤੇ ਆਖਿਆ। ਉਹਨਾਂ ਦੋਵਾਂ ਸਿੰਘਾਂ ਦਾ ਇੱਥੇ ਨਾਮ ਆਇਆ ਵਾ, ਭਾਈ ਈਸ਼ਰ ਸਿੰਘ ਜੀ ਤੇ ਭਾਈ ਦੇਵਾ ਸਿੰਘ ਜੀ ਧੀਰਜ ਧਾਰੀ, ਤੇ 3 ਹੋਰ ਸਨ ਗੁਰਮੁਖ ਪਿਆਰੇ।
ਇੱਕ ਸੀ ਭਾਈ ਰਾਮ ਸਿੰਘ ਜੀ ਤੀਜੇ, ਇੱਕ ਸਨ ਭਾਈ ਟਹਿਲ ਸਿੰਘ ਜੀ ਤੇ ਇੱਕ ਭਾਈ ਫਤਿਹ ਸਿੰਘ ਜੀ। ਇਹ 5 ਸਾਧ ਸੰਗਤ ਜੀ ਮੁਕਤੇ ਸਿੰਘ ਸਨ। ਉਹਨਾਂ ਨੇ ਬੇਨਤੀ ਕੀਤੀ ਹੈ, ਕਹਿੰਦੇ ਵੀ ਹੁਣ ਗੜੀ ਦੇ ਵਿੱਚੋਂ ਇਹ 5 ਮੁਕਤੇ ਸਿੰਘ ਨਿਕਲੇ ਆ। ਤਿੰਨਾਂ ਪਿਆਰਿਆਂ ਦੀ ਸ਼ਹੀਦੀ ਤੋਂ ਬਾਅਦ, ਹੋਰ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਹੁਣ ਇਹ 5 ਮੁਕਤੇ ਸਿੰਘ ਬਾਹਰ ਗਏ ਆ। ਤੇ ਕਿਵੇਂ ਗਏ ਆ? ਜਿਵੇਂ ਕਹਿੰਦੇ ਵੀ ਭੁੱਖਾ ਸ਼ੇਰ ਜਾਂਦਾ ਨਾ ਸ਼ਿਕਾਰ ਦੇ ਉੱਤੇ, ਜਥਾ ਸ਼ੁਦਾ ਤੁਰ ਸ਼ੇਰ ਸਿਧਾਵੇ। ਜਿਵੇਂ ਭੁੱਖਾ ਸ਼ੇਰ ਜਿਹੜਾ ਭੁੱਖਾ ਹੈ, ਤੇ ਭੁੱਖ ਦਾ ਜਿਸ ਨੂੰ ਦੁੱਖ ਹੈ, ਜਿਸ ਸ਼ੇਰ ਨੂੰ, ਕਿਉਂਕਿ ਭੁੱਖ ਦੁੱਖ ਹੀ ਦਿੰਦੀ ਹੈ ਨਾ, ਭੁੱਖ ਦੁਖੀ ਕਰਦੀ ਹੈ ਨਾ। ਜਿਵੇਂ ਕਹਿੰਦੇ ਭੁੱਖਾ ਸ਼ੇਰ ਭੁੱਖ ਦੇ ਦੁੱਖ ਕਰਕੇ ਉਹ ਜਿਵੇਂ ਸ਼ਿਕਾਰ ਦੇ ਉੱਤੇ ਟੁੱਟ ਕੇ ਪੈਂਦਾ ਹੈ, ਇਸ ਤਰ੍ਹਾਂ ਇਹ 5 ਸਿੰਘ 5 ਮੁਕਤੇ ਗਏ। ਤੇ ਜਿਵੇਂ ਭੁੱਖਾ ਬਾਜ ਚਿੜੀਆਂ ਦੇ ਉੱਤੇ ਪੈਂਦਾ ਸ਼ਿਕਾਰ ਕਰਨ ਵਾਸਤੇ, ਉਸੇ ਤਰ੍ਹਾਂ ਇਹ ਤੁਰਕਾਂ ਦੇ ਉੱਤੇ 5 ਮੁਕਤੇ ਸਿੰਘ ਗਏ ਹਨ। ਕਹਿੰਦੇ ਵੀ ਫੌਜ ਰੂਪੀ ਸਮੁੰਦਰ ਦੇ ਵਿੱਚ ਵੜ ਗਏ 5 ਮੁਕਤੇ ਸਿੰਘ। ਜਿਵੇਂ ਕਹਿੰਦੇ ਮਸਤ ਹਾਥੀ ਜੰਗਲ ਵਿੱਚ ਵੜ ਜਾਂਦਾ ਹੈ ਜਾਂ ਪਾਣੀ ਵਿੱਚ ਵੜ ਜਾਂਦਾ ਹੈ, ਤੇ ਜਿਵੇਂ ਕਲੋਲਾਂ ਕਰਦਾ ਪਾਣੀ ਵਿੱਚ ਵੜ ਕੇ, ਦਰਿਆ 'ਚ ਵੜ ਜਾਵੇ, ਕਿਸੇ ਨਹਿਰ 'ਚ ਵੜ ਜਾਵੇ ਹਾਥੀ, ਤੇ ਉਹ ਕੇਲਾਂ ਕਰਦਾ ਫਿਰ ਧੱਕੀ ਫਿਰਦਾ ਪਾਣੀ ਨੂੰ ਜਿੱਧਰ ਨੂੰ ਤੁਰਦਾ। ਇਸੇ ਤਰ੍ਹਾਂ 5 ਹੀ ਸਿੰਘ ਜਿਹੜੇ ਆ ਜਿੱਧਰ ਨੂੰ ਹੱਲਾ ਬੋਲ ਕੇ ਪੈਂਦੇ ਆ ਨਾ, ਤੇ ਤੁਰਕਾਂ ਦੀ ਫੌਜ ਨੂੰ ਉਧਰੋਂ ਧੱਕੀ ਫਿਰਦੇ ਆ। ਐਸੀ ਤਲਵਾਰ ਵਾਹੁੰਦੇ ਆ, ਐਸੀਆਂ ਕਿਰਪਾਨਾਂ, ਐਸੇ ਸ਼ਸਤਰ ਚਲਾਉਂਦੇ ਆ, ਚੁੰਗੀਆਂ ਮਾਰ ਮਾਰ ਕੇ ਭੱਜ ਭੱਜ ਕੇ ਪੈਂਦੇ ਹਨ। 5 ਦੇ ਹੱਥਾਂ ਵਿੱਚ ਕਿਰਪਾਨਾਂ ਫੜੀਆਂ ਹੋਈਆਂ, ਬੜੀਆਂ ਭਿਆਨਕ ਚਮਕ ਰਹੀਆਂ। ਲਿਪਟੇ ਹੋਏ ਆ, ਕਹਿੰਦੇ ਵੀ ਖੂਨ ਦੇ ਨਾਲ ਲੱਥ-ਪੱਥ ਹਨ ਤੇ ਦੁਸ਼ਮਣਾਂ ਨੂੰ ਮਾਰੀ ਜਾ ਰਹੇ ਹਨ। ਨਿਰਭੈ ਹੋ ਕਰਕੇ ਵਿਚਰਦੇ ਆ ਸੂਰਬੀਰ, ਵੀਰ ਰਸ ਦੇ ਵਿੱਚ ਮਸਤ ਹੋਏ ਹੋਏ। ਤੇ ਪਹੁੰਚ ਕੇ ਤੁਰਕਾਂ ਦੇ ਕੋਲੇ, ਮੁਗਲਾਂ ਦੇ ਪਾਸ, ਵੀਰ ਰਸ ਵਿੱਚ ਰੱਤੇ ਹੋਏ, ਰੰਗੇ ਹੋਏ, ਕਿਰਪਾਨਾਂ ਚਲਾ ਰਹੇ ਸੂਰਮੇ। ਕਵੀ ਜੀ ਕਹਿੰਦੇ ਜਿਵੇਂ ਬਲ ਵਾਲੇ 5 ਪਾਂਡਵ ਕੈਰਵਾਂ ਦੇ ਫੌਜ ਦੇ ਵਿੱਚ ਵਿਚਰਦੇ ਸੀ ਨਾ, 5 ਪਾਂਡਵ ਅਰਜਨ, ਭੀਮ, ਯੁਧਿਸ਼ਟਰਾਦਿਕ। ਇਸੇ ਤਰ੍ਹਾਂ 5 ਮੁਕਤੇ ਸਿੰਘ ਵਿਚਰ ਰਹੇ ਹਨ ਤੁਰਕਾਂ ਦੀ ਫੌਜ ਵਿੱਚ। ਅਨੇਕਾਂ ਤੁਰਕਾਂ ਨੂੰ ਮਾਰ ਕਰਕੇ ਇਹਨਾਂ ਨੇ ਖਤਮ ਕਰ ਦਿੱਤਾ, ਬੇਹਾਲ ਕਰ ਦਿੱਤਾ। ਕਈਆਂ ਨੂੰ ਜ਼ਖਮੀ ਕੀਤਾ, ਜਿਹੜੇ ਜ਼ਖਮੀ ਹੋਏ ਉਹ ਤੜਫੜੇ ਆ, ਤੇ ਕਈਆਂ ਦੇ ਪ੍ਰਾਣ ਕੱਢ ਦਿੱਤੇ। ਤੇ ਕਟਾ ਵੱਢ ਕਰਦੇ ਹੋਏ ਬਹੁਤੇ ਫਿਰ ਰਹੇ ਹਨ, ਵਿੱਚ ਵਿਚਰ ਰਹੇ ਹਨ। ਫਿਰ ਕਹਿੰਦੇ ਵੀ ਤੁਰਕਾਂ ਦੀ ਫੌਜ ਦੇ ਵਿੱਚ ਘਿਰ ਗਏ 5 ਹੀ ਸਿੰਘ, ਕਿਉਂਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ 4 ਚੁਫੇਰੋਂ ਇਹਨਾਂ 5 ਸਿੰਘਾਂ ਨੂੰ ਘੇਰ ਲਿਆ ਉਹਨਾਂ ਨੇ। ਤੇ ਇਹਨਾਂ ਨੇ ਵੀ ਅੱਗੋਂ ਐਸੀਆਂ ਕਿਰਪਾਨਾਂ ਚਲਾਈਆਂ ਵੀ ਸੈਂਕੜਿਆਂ ਨੂੰ ਵੱਢ ਕਰਕੇ ਧਰਤੀ ਤੇ ਲਟਾ ਦਿੱਤਾ। ਆਪਣੇ ਮਾਲਕ ਨੂੰ ਜੰਗ ਵਿਖਾਇਆ। ਤੇ ਮਾਲਕ ਕੌਣ ਆ ਇਹਨਾਂ ਦਾ? ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਅਟਾਰੀ ਤੇ ਬੈਠੇ ਵੇਖ ਰਹੇ ਆ ਵੀ ਸਾਡੇ ਮੁਕਤੇ ਸਿੰਘ ਲੜ ਰਹੇ ਆ। ਗਰੀਬ ਨਵਾਜ ਸਾਹਿਬ ਆਪਣੇ ਮਾਲਕ ਕਲਗੀਧਰ ਪਾਤਸ਼ਾਹ ਜੀ ਨੂੰ ਇਹਨਾਂ 5 ਹੀ ਭਾਈ ਈਸ਼ਰ ਸਿੰਘ ਤੇ ਦੇਵਾ ਸਿੰਘ ਆਦਿਕ ਸਿੰਘਾਂ ਨੇ ਜੰਗ ਵਿਖਾਇਆ ਹੈ। ਤੇ ਰੰਚਕ ਭੋਰਾ ਭੋਰਾ ਆਪਣਾ ਸਰੀਰ ਕਟਵਾ ਦਿੱਤਾ ਹੈ। ਪੁਰਜਾ ਕੱਟੇ ਗਏ। ਇੱਥੇ ਇਹਨਾਂ ਨੇ ਉਸ ਪੰਕਤੀ ਦੀ ਵਿਆਖਿਆ ਕੀਤੀ ਆ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਕਵੀ ਜੀ ਕਹਿੰਦੇ ਥੋੜਾ ਥੋੜਾ ਕਰਕੇ ਇਹਨਾਂ ਦਾ ਸਰੀਰ ਕੱਟਿਆ ਗਿਆ ਹੈ।
ਪਰ ਜੰਗ ਦੇ ਮੈਦਾਨ ਚੋਂ ਇਹਨਾਂ ਪੰਜਾਂ ਹੀ ਮੁਕਤਿਆਂ ਸਿੰਘਾਂ ਨੇ ਇੱਕ ਪੈਰ ਇੱਕ ਕਦਮ ਵੀ ਪਿੱਛੇ ਨਹੀਂ ਪੁੱਟਿਆ। ਪਿਛਾਂਹ ਨਹੀਂ, ਅੱਗੇ ਨੂੰ ਹੀ ਵਧਦੇ ਗਏ ਆ ਤੇ ਟੁਕੜਾ ਟੁਕੜਾ ਹੋ ਗਏ, ਪੁਰਜਾ ਪੁਰਜਾ ਕੱਟ ਗਏ। ਸਨਮੁਖ ਲੜਤ ਪ੍ਰਾਨ ਕੋ ਦੀਨੇ। ਸਾਹਮਣੇ ਤੁਰਕਾਂ ਦੀ ਪਹਾੜੀਆਂ ਦੀ ਫੌਜ ਦੇ ਨਾਲ ਲੜਦਿਆਂ ਲੜਦਿਆਂ ਪ੍ਰਾਣ ਦੇ ਦਿੱਤੇ, ਸ਼ਹੀਦੀ ਪਾ ਗਏ ਪੰਜੇ ਹੀ। ਸੋ ਨਿਹਾਲ ਸਤਿ ਸ੍ਰੀ ਅਕਾਲ। ਇਸਮੇ ਤੁਰਕ ਬਿਖੇਰਣ ਕੀਨੇ। ਤੇ ਤੁਰਕ ਹੈਰਾਨ ਹੋ ਗਏ, ਤੁਰਕਾਂ ਦੀ ਫੌਜ ਹੈਰਾਨ ਹੋ ਗਈ ਇਹਨਾਂ ਪੰਜਾਂ ਹੀ ਸਿੰਘਾਂ ਦਾ ਜੰਗ ਵੇਖ ਕੇ, ਵੀ ਪੰਜਾਂ ਨੇ ਸਾਡੇ ਲੱਖਾਂ ਦੇ ਵਿੱਚ ਤੜਫੱਲੀ ਮਚਾ ਦਿੱਤੀ। ਦੋਹਰਾ ਭਇਓ ਜੁਧ ਅਤਿਸ਼ੈ ਪ੍ਰਬਲ। ਆਤਸ਼ੇ ਕਰਕੇ ਬਹੁਤਾ ਪ੍ਰਬਲ, ਬਹੁਤਾ ਬਲ ਵਾਲਾ ਯੁੱਧ ਹੋਇਆ। ਨਾਦਕ ਤੁਮਕ ਕਮਾਨ। ਕਹਿੰਦੇ ਵੀ ਬੰਦੂਕਾਂ ਦੀ ਗੋਲੀਆਂ ਦੀ ਆਵਾਜ਼ ਤੇ ਤੀਰ ਕਮਾਨਾਂ ਦੀ ਆਵਾਜ਼ ਆ ਰਹੀ ਹੈ। ਸੁਕਦ ਸਰਪ ਸਮਾਨ ਸਰ। ਤੇ ਸੱਪ ਜਿਵੇਂ ਉੱਡਣਾ ਸੱਪ ਨਹੀਂ ਫੁੰਕਾਰੇ ਮਾਰਦਾ ਜਾਂਦਾ, ਇਸ ਤਰ੍ਹਾਂ ਕਹਿੰਦੇ ਤੀਰ ਸ਼ੂਕਦੇ ਜਾ ਰਹੇ। ਗੁਲਕਾਂ ਲਗ ਭਟ ਹਾਂ। ਤੇ ਗੋਲੀਆਂ ਵੱਜ ਵੱਜ ਕੇ ਸੂਰਮੇ ਉੱਥੇ ਪ੍ਰਾਣ ਤਿਆਗ ਰਹੇ। ਭੁਜੰਗ ਪਰਿਆਤ ਛੰਦ। ਕਹਾਂ ਵੀਰ ਚਾਲੀ ਸੁਦਾਵੰਤ ਭਾਰੇ। ਕਵੀ ਜੀ ਕਹਿੰਦੇ ਵੀ ਕਿੱਥੇ ਤਾਂ ਇੱਕ ਪਾਸੇ 40 ਸਿੰਘ 40 ਸੂਰਬੀਰ, ਉਹ ਵੀ ਭਾਰੇ ਸ਼ੁਦਾਵੰਤ, ਜਿਹੜੇ ਕਈਆਂ ਮਹੀਨਿਆਂ ਤੋਂ ਭੁੱਖੇ ਹਨ ਤੇ ਭੁੱਖ ਦਾ ਦੁੱਖ ਹੈ ਜਿਨ੍ਹਾਂ ਨੂੰ। ਕਹਾਂ 1-9 ਲੱਖ ਆਏ ਹਕਾਰੇ। ਤੇ ਕਿੱਥੇ ਇੱਕ ਪਾਸੇ 10 ਲੱਖ ਫੌਜ ਜਿਹੜੀ ਉਹ ਦਿੱਲੀੋਂ ਚੜ੍ਹ ਕੇ ਆਈ ਹੈ, ਕਿੱਥੇ 40 ਸਿੰਘ ਤੇ ਕਿੱਥੇ 10 ਲੱਖ। 10 ਲੱਖ ਤੇ ਦਿੱਲੀੋਂ ਹੀ ਆਏ ਆ ਤੇ 10 ਲੱਖ ਹੀ ਪਹਿਲੇ ਸੀ ਜਿਨ੍ਹਾਂ ਘੇਰਾ ਪਾਇਆ। ਵਜੀਦੇ ਦੀ ਫੌਜ, ਲਾਹੌਰੀ ਸੂਬੇ ਦੀ ਫੌਜ, 22 ਧਾਰ ਦੇ ਰਾਜਿਆਂ ਦੀ ਫੌਜ ਤੇ ਖਵਾਜੇ ਮਰਦੂਦ ਦੀ ਫੌਜ। ਇਸ ਕਰਕੇ 20 ਲੱਖ ਹੈ। ਇਹ 10 ਲੱਖ ਤਾਂ ਇੱਥੇ ਆਖਿਆ ਵੀ ਜਿਹੜਾ ਉਧਰੋਂ ਦਿੱਲੀੋਂ ਆਇਆ ਸੀ 10 ਲੱਖ। ਕਿੱਥੇ ਇੱਕ ਪਾਸੇ 40 ਭੁੱਖੇ ਸਿੰਘ ਤੇ ਇੱਕ ਪਾਸੇ 10 ਲੱਖ ਹੈ। ਅਭੂਤੰ ਬਿਰਤੰਤੰ ਸੁਰਿਓ ਦੇਵ ਜਲ। ਜਦੋਂ ਐਸਾ ਭਿਆਨਕ ਜੰਗ ਹੋਇਆ ਨਾ, ਤੇ ਇਹ ਕਲਯੁਗ ਦੇ ਸਮੇਂ ਦੇ ਵਿੱਚ ਪਹਿਲੀ ਵਾਰੀ ਇਹ ਵੇਖਿਆ ਇਹ ਕੌਤਕ। ਕਿਹਨਾਂ ਨੇ? ਕਹਿੰਦੇ ਦੇਵਤਿਆਂ ਨੇ, ਸਮੂਹ ਦੇਵਤਿਆਂ ਨੇ। ਪਿਛਲੇ ਯੁੱਗਾਂ ਵਿੱਚ ਤਾਂ ਉਹਨਾਂ ਨੇ ਸਾਰਾ ਕੁਝ ਵੇਖਿਆ ਹੀ ਸੀ, ਪਰ ਇਸ ਯੁੱਗ ਦੇ ਵਿੱਚ, ਕਲਯੁਗ ਦੇ ਵਿੱਚ ਅਭੂਤੰ ਬਿਰਤੰਤੰ ਪਹਿਲੀ ਵਾਰ ਇਸ ਤਰ੍ਹਾਂ ਦਾ ਜਿਹੜਾ ਹੈ ਬਿਰਤੰਤ, ਜਿਹੜਾ ਅੱਗੇ ਕਦੀ ਨਹੀਂ ਵਰਤਿਆ। ਦੇਵਤਿਆਂ ਸਾਰਿਆਂ ਨੇ ਕਹਿੰਦੇ ਜਦੋਂ ਇਹ ਸੁਣਿਆ, ਮਿਲੇ ਏਕ ਥਾਨ ਅਚੰਭੈ ਵਿਸਾਲਾ। ਫਿਰ ਉਹਨਾਂ ਨੇ ਇੱਕ ਥਾਂ ਇਕੱਤਰਤਾ ਕੀਤੀ ਦੇਵਤਿਆਂ ਨੇ ਤੇ ਬੜੇ ਹੈਰਾਨ ਹੋਏ ਸਾਰੇ। ਅਚੰਭੈ ਵਿਸਾਲਾ, ਵਿਸਾਲਾ ਬਹੁਤ ਅਚੰਭੈ, ਹੈਰਾਨ ਹੋਏ, ਅਚੰਭਾ ਹੋਇਆ ਉਹਨਾਂ ਨੂੰ ਵੀ ਇੱਕ ਪਾਸੇ 40 ਭੁੱਖੇ ਸਿੰਘ ਲੜ ਰਹੇ ਆ ਤੇ ਇੱਕ ਪਾਸੇ 10 ਲੱਖ ਤੇ 10 ਹੀ ਇੱਧਰੋਂ ਆਇਆ, 20 ਲੱਖ ਫੌਜ। ਵੀ ਕਲਯੁਗ ਦਾ ਸਮਾਂ ਹੈ ਤੇ ਇਹ ਭੁੱਖੇ ਸਿੰਘ ਜਿਹੜੇ ਆ ਇੰਨੇ ਭਿਆਨਕ ਜੰਗ ਕਰ ਰਹੇ, ਇਸ ਤਰ੍ਹਾਂ ਵੀਰ ਬਹਾਦਰ ਲੜ ਰਹੇ ਹਨ। ਕਲੀ ਕਾਲ ਮੈਂ ਏਵ ਕੈਸੇ ਨਰਤੇ। ਉਹ ਦੇਵਤੇ ਹੈਰਾਨ ਹੋ ਗਏ, ਕਹਿੰਦੇ ਵੀ ਕਲਯੁਗ ਦਾ ਸਮਾਂ ਹੈ ਤੇ ਭੁੱਖੇ ਸਿੰਘ ਕਿਵੇਂ ਲੜੀ ਜਾਂਦੇ, ਕਿਉਂਕਿ ਲੜਾਉਣ ਵਾਲਾ ਤੇ ਅਟਾਰੀ 'ਚ ਬੈਠਾ ਸਾਹਮਣੇ, ਜਿਨ੍ਹਾਂ ਦੀ ਸ਼ਕਤੀ ਨਾਲ ਲੜ ਰਹੇ। ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤੇ ਗੁਰੂ ਸਾਹਿਬ ਤਾਂ ਇੱਕ ਕੀੜੀ ਵੱਲੇ ਮੇਰ ਦੀ ਨਿਗਾਹ ਨਾਲ ਤੱਕ ਲੈਣ ਨਾ, ਇੱਕ ਕੀੜੀ ਵੱਲੇ। ਤੇ ਸੁਖਮਨੀ ਸਾਹਿਬ ਚ ਮਹਾਰਾਜ ਨੇ ਆਖਿਆ ਪੰਜਵੇਂ ਪਾਤਸ਼ਾਹ ਨੇ, ਕਈ ਵਾਰੀ ਆਪਣੇ ਹੀ ਸਿੰਘ ਕਈ ਸ਼ੰਕਾ ਕਰਨ ਲੱਗ ਪੈਂਦੇ ਨਾ, ਇਸ ਤਰ੍ਹਾਂ ਕਿਵੇਂ ਹੋ ਜਾਂਦਾ ਜੀ। ਤੇ ਜੇ ਤੇ ਬਾਣੀ ਪੜ੍ਹੀਏ ਤੇ ਫਿਰ ਸਾਰੇ ਮਸਲੇ ਹੱਲ ਹੋ ਜਾਂਦੇ। ਸੁਖਮਨੀ ਸਾਹਿਬ ਚ ਮਹਾਰਾਜ ਨੇ ਆਖਿਆ ਵੀ ਜੇ ਪਰਮੇਸ਼ਰ ਚਾਵੇ ਤੇ ਲੱਖਾਂ ਫੌਜ ਇੱਕ ਕੀੜੀ ਤੋਂ ਮਰਵਾ ਸਕਦਾ ਹੈ। ਇੱਕ ਨਿੱਕੀ ਜਿਹੀ ਕੀੜੀ, ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲੱਖ ਹੈ। ਲੱਖਾਂ ਕਰੋੜਾਂ ਫੌਜ ਇੱਕ ਕੀੜੀ ਵੀ ਭਸਮ ਕਰ ਸਕਦੀ ਜੇ ਪਰਮੇਸ਼ਰ ਚਾਵੇ। ਇਹ ਤਾਂ ਉਹ ਸਿੰਘ ਵਾ ਜਿਨ੍ਹਾਂ ਨੂੰ ਆਪਣੀ ਹੱਥੀ ਅੰਮ੍ਰਿਤ ਛਕਾਇਆ, ਜਿਨ੍ਹਾਂ ਨੂੰ ਆਪ ਅੰਮ੍ਰਿਤ ਛਕਾਇਆ ਤੇ ਨਾਲ ਆਖਿਆ ਸੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਲੜਨ ਕਿਉਂ ਨਾ ਆਓ, ਜਿਨ੍ਹਾਂ ਨੂੰ ਆਪ ਆਖਿਆ ਸੀ ਵੀ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਤੇ ਹੁਣ ਸ਼ੇਰ ਬਣਾ ਦਿੱਤਾ। ਸ਼ੇਰ ਇਹ 1.25 ਲੱਖ ਨਾਲ ਇੱਕੋ ਲੜੇਗਾ। 1.25 ਲੱਖ ਸੇ ਏਕ ਲੜਾਊਂ
ਤਬੈ ਗੋਬਿੰਦ ਸਿੰਘ ਨਾਮ ਕਹਾਉ। ਐਸੀਆਂ ਬਖਸ਼ਾਂ ਮਹਾਰਾਜ ਸਾਹਿਬ ਜੀ ਨੇ ਕੀਤੀਆਂ ਹੈ। ਤੇ ਜਿਹੜੀ ਇਹ ਪੰਕਤੀ ਆਉਂਦੀ ਨਾ, ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਇਹਦੇ ਤੇ ਕਵਿਤਾ ਲਿਖੀ ਸੀ ਕਵੀਸ਼ਰ ਗੁਰਮੁਖ ਪਿਆਰੇ ਨੇ, ਭਾਈ ਜਰਨੈਲ ਸਿੰਘ ਸਭਰਾ ਨੇ। ਉਹ ਕਹਿੰਦੇ ਨਿੱਕੀ ਜੀ ਕੀੜੀ ਤੇਰੀ ਲੜ ਜੇ ਹਾਥੀ ਦੇ, ਚੱਲਦਾ ਨਾ ਜ਼ੋਰ ਕੋਈ ਫਿਰ ਵੇਖਿਆ ਵਿਚਾਰ ਮੈਂ, ਕੁਦਰਤ ਬਣਾਉਣ ਵਾਲਿਆ ਤੈਥੋਂ ਬਲਿਹਾਰ ਮੈਂ। ਵੀ ਇੱਕ ਨਿੱਕੀ ਜੀ ਕੀੜੀ ਕਿ ਹਾਥੀ ਦੇ ਲੜ ਜੇ, ਕਹਿੰਦੇ ਹਾਥੀ ਨੂੰ ਤੜਫਾ ਕੇ ਸੁੱਟ ਦਿੰਦੀ। ਮਹਾਰਾਜ ਦੀ ਮੌਜ ਆ ਨਾ, ਕੀੜੀ ਤੋਂ ਹਾਥੀ ਵੀ ਮਰਵਾ ਦਿੰਦੇ। ਤੋ ਇਸ ਕਰਕੇ ਇਹ ਗੁਰੂ ਕੇ ਸਿੰਘ ਜਦੋਂ ਜੰਗ ਕਰ ਰਹੇ ਆ ਤੇ ਕਹਿੰਦੇ ਦੇਵਤੇ ਹੈਰਾਨ ਹੋ ਰਹੇ। ਉਹਨਾਂ ਨੇ ਆਪਣੀ ਇਕੱਤਰਤਾ ਕੀਤੀ, ਉਹਨਾਂ ਮੀਟਿੰਗ ਕਰ ਲਈ, ਹੈਰਾਨ ਹੋਇਆ ਨੇ, ਇਕੱਠੇ ਹੋ ਕੇ ਬੈਠ ਗਏ ਸਾਰੇ ਦੇਵਤੇ। ਗੁਰੂ ਜੀ ਕਰਾਮਾਤ ਨਾ ਸੂਝੇ ਅੰਦੇ। ਕਹਿੰਦੇ ਕਲਯੁਗ ਦਾ ਸਮਾਂ ਵਾ, ਇਹ ਸਿੰਘ ਕਿਵੇਂ ਲੜ ਰਹੇ ਆ, ਕਿਵੇਂ ਇਹਨਾਂ 'ਚ ਇੰਨੀ ਤਾਕਤ ਆ ਗਈ, ਕਿਵੇਂ ਇੰਨੇ ਬਹਾਦਰ ਬਣ ਗਏ। ਤੇ ਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਉਹਨਾਂ ਨੇ ਕਰਾਮਾਤ ਤਾਂ ਉਹ ਜਣਾਉਂਦੇ ਹੀ ਨਹੀਂ ਹਨ। ਉਹਨਾਂ ਵਿੱਚ ਤਾਂ ਕਰਾਮਾਤ ਤਾਂ ਬਹੁਤ ਹੈ, ਬੇਅੰਤ ਹੈ, ਪਰ ਕਰਾਮਾਤ ਮਹਾਰਾਜ ਸਾਹਿਬ ਜੀ ਨੇ ਛੁਪਾਈ ਹੋਈ ਹੈ। ਅਸੰਭੈ ਮਹਾਦੇ ਅਚੰਭੈ ਬਿਲੰਦੇ। ਕਹਿੰਦੇ ਵੀ ਬੜੀ ਅਸੰਭਵ ਗੱਲ ਹੈ, ਵੀ ਜਿਹੜਾ ਕੰਮ ਹੋ ਨਾ ਸਕੇ ਉਹਨੂੰ ਕਹਿ ਦਿੱਤਾ ਜਾਂਦਾ ਨਾ ਵੀ ਇਹ ਤੇ ਅਸੰਭਵ ਹੈ। ਉਹ ਕਹਿੰਦੇ ਵੀ ਬਹੁਤ ਵੱਡਾ ਅਸੰਭਵ ਵਾ, ਵੀ ਇਹ ਇੱਕ ਪਾਸੇ 10 ਲੱਖ, ਇੱਕ ਪਾਸੇ 40, ਤੇ ਅਚੰਭੈ ਬਿਲੰਦੇ। ਇਹ ਸੁਣ ਕਰਕੇ ਸਾਰੇ ਦੇਵਤੇ ਜਿਹੜੇ ਉਹ ਹੈਰਾਨ ਹੋਏ ਪਏ ਹਨ। ਤੇ ਜਿਨ੍ਹਾਂ ਨੇ ਜਾ ਕੇ ਦੱਸਿਆ ਨਾ ਦੇਵਤਿਆਂ ਨੂੰ, ਉਹ ਪਛਰਾਂ ਆਉਂਦੀਆਂ ਸੀ, ਹੋਰ ਕੁਝ ਆਉਂਦੇ ਵੀ ਸੀ ਵੇਖਣ, ਉਹਨਾਂ ਜਾ ਕੇ ਦੱਸਿਆ। ਤੇ ਜਿਨ੍ਹਾਂ ਨੇ ਬਾਕੀ ਸਾਰਿਆਂ ਨੇ ਜਦੋਂ ਇਹ ਸਲਾਹ ਕੀਤੀ ਤੇ ਉਹ ਕਹਿੰਦੇ ਵੀ ਚਿੱਤ ਵਿੱਚ ਚਾਅ ਉੱਠ ਰਿਹਾ, ਚੱਲ ਕੇ ਦਰਸ਼ਨ ਤੇ ਕਰੀਏ ਚਮਕੌਰ ਦੀ ਜੰਗ ਦੇ, ਵੇਖੀਏ ਤਾਂ ਸਹੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਨੂੰ ਲੜਾ ਰਹੇ ਆ, ਉਹ ਜੰਗ ਵੇਖੀਏ। ਕਹਿੰਦੇ ਵੀ ਦੇਵਤਿਆਂ ਦੇ ਚਿੱਤ ਵਿੱਚ ਚਾਅ ਚੜਿਆ ਇਹ ਜੰਗ ਵੇਖਣ ਦਾ। ਤੇ ਉਹ ਵਿਮਾਨਾਂ ਦੇ ਉੱਤੇ ਆਕਾਸ਼ੀ ਵਿਮਾਨ ਦੇਵਤਿਆਂ ਦੇ ਆ ਜਿਹੜੇ, ਉਹਨਾਂ ਤੇ ਅਸਵਾਰ ਹੋ ਗਏ ਤੇ ਆਕਾਸ਼ ਵਿੱਚ ਕਹਿੰਦੇ ਵੀ ਆ ਗਏ। ਜਿੱਥੇ ਫੌਜ ਦੀ ਹਲਚਲੀ ਦੇ ਨਾਲ ਘੋੜੀਆਂ ਹਾਥੀਆਂ ਦੇ, ਘੋੜਿਆਂ ਤੇ ਹਾਥੀਆਂ ਦੇ ਪੈਰਾਂ ਦੇ ਨਾਲ, ਸੁੰਮਾਂ ਦੇ ਨਾਲ, ਘੱਟਾ ਉੱਡ ਉੱਡ ਕੇ ਫੌਜ ਦੇ ਪੈਰਾਂ ਦੇ ਨਾਲ ਧੂੜ ਉੱਡ ਉੱਡ ਕੇ ਆਕਾਸ਼ ਵਿੱਚ ਛਾਈ ਹੋਈ ਸੀ, ਸਾਰੇ ਫੈਲੀ ਹੋਈ ਸੀ। ਉੱਥੇ ਆਕਾਸ਼ ਵਿੱਚ ਆਪਣੇ ਵਿਮਾਨ ਲੈ ਕੇ ਦੇਵਤੇ ਆ ਗਏ। ਜਦੋਂ ਉੱਥੇ ਆਏ ਤੇ ਸਾਹਮਣੇ ਕੱਚੀ ਗੜੀ ਦੇ ਵਿੱਚ ਦੂਸਰੀ ਮੰਜ਼ਲ ਉੱਚੀ ਅਟਾਰੀ ਦੇ ਵਿੱਚ ਮਾਲਕ ਨੂੰ ਬੈਠਿਆ ਹੋਇਆ ਵੇਖਿਆ। ਕਲਗੀਧਰ ਪਾਤਸ਼ਾਹ ਵੀਰ ਆਸਨ ਬੈਠੇ ਜਿੱਥੇ ਤੀਰ ਚਲਾਉਂਦੇ ਸੀ, ਇੱਕ ਗੋਡਾ ਉੱਪਰ ਹੈ, ਇੱਕ ਜ਼ਮੀਨ ਤੇ ਲਾਇਆ ਹੋਇਆ, ਵੀਰ ਆਸਨ ਬੈਠੇ ਹੋਏ ਆ ਤੇ ਤੀਰ ਛੱਡ ਰਹੇ ਜਿੱਥੋਂ। ਉੱਥੇ ਮਹਾਰਾਜ ਨੂੰ ਬੈਠਿਆ ਹੋਇਆ ਵੇਖਿਆ। ਵਹਿੰਦਿਆਂ ਸਾਰ ਸਾਰਿਆਂ ਦੇਵਤਿਆਂ ਦੇ ਹੱਥ ਜੁੜ ਗਏ ਤੇ ਇਹਨਾਂ ਨੇ ਸੀਸ ਝੁਕਾਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਸ ਅਟਾਰੀ ਵਿੱਚ ਮੱਥਾ ਟੇਕਿਆ। ਕਲਗੀਧਰ ਪਾਤਸ਼ਾਹ ਨੂੰ ਨਮਸਕਾਰ ਕਰਕੇ ਫਿਰ ਚਮਕੌਰ ਦੀ ਹੋ ਰਹੀ ਲੜਾਈ ਨੂੰ ਵੇਖਣ ਲੱਗ ਪਏ, ਜੋ ਦੋਵਾਂ ਪਾਸੇ ਦਵੰਦ ਯੁੱਧ ਹੋ ਰਿਹਾ ਹੈ। ਤੇ ਕੀ ਵੇਖ ਰਹੇ ਆ ਦੇਵਤੇ ਫਿਰ? ਵੀ ਬੰਦੂਕਾਂ 'ਚ ਗੋਲੀਆਂ ਤਾੜ ਤਾੜ ਕਰਕੇ ਚੱਲ ਰਹੀਆਂ, ਸਰੜ ਸਰੜ ਕਰਕੇ ਚੱਲ ਰਹੀਆਂ, ਕੜਾਕੇ ਕੜਕ ਕੜਕ ਦੀ ਆਵਾਜ਼ ਆਉਂਦੀ ਵੱਜਦੀਆਂ। ਤੇ ਕਹਿੰਦੇ ਵੀ ਤੇਗੇ ਵੱਜਦੇ ਉੱਤੋਂ ਠਾਂ ਥੱਲਿਓ ਤਾਂ, ਤੇ ਉਹ ਫਿਰ ਝੜਾ ਝਾੜ ਤੇਗੇ, ਸੂਰਮੇ ਤੇਗੇ ਝਾੜਦੇ ਉੱਪਰੋਂ ਹੇਠਾਂ ਨੂੰ ਥੱਲਿਓ ਤਾਂ ਨੂੰ। ਤੇ ਜਿਹੜੇ ਕਹਿੰਦੇ ਵੀ ਤੇਗੇ ਤੇ ਤੇਗਾ, ਕਿਰਪਾਨ ਤੇ ਕਿਰਪਾਨ ਵੱਜਦੀ ਜਿਹੜੀ ਆਵਾਜ਼ ਆਉਂਦੀ ਨਾ, ਉਹ ਝਰੜ ਝਰੜ ਦੀ ਆਵਾਜ਼ ਆਉਂਦੀ ਹੈ, ਝੜਾਕਾਂ। ਤੇ ਜਦੋਂ ਢਾਲ ਦੇ ਉੱਤੇ ਜਾ ਕੇ ਵੱਜਦਾ ਵਾ ਤੇਗਾ ਜਾਂ ਕਿਰਪਾਨ, ਤੇ ਉਹ ਮੜਾਕਾਂ, ਉਹ ਫਿਰ ਮਰੜ ਮਰੜ ਦੀ ਆਵਾਜ਼ ਆਉਂਦੀ, ਆਵਾਜ਼ ਬਦਲ ਜਾਂਦੀ ਹੈ ਨਾ। ਉਹ ਮਾਸ ਦਾ ਚੰਮ ਦੀ ਬਣੀ ਹੁੰਦੀ ਹੈ ਢਾਲ, ਜਿਹੜੀ ਹੈ ਗੇਂਦੇ ਆਦਿਕ ਦੇ ਚੰਮ ਦੀ, ਉਹਦੇ ਤੇ ਜਦੋਂ ਤਲਵਾਰ ਵੱਜਦੀ ਆਵਾਜ਼ ਹੋਰ ਆਉਂਦੀ ਹੈ, ਜਦੋਂ ਕਿਰਪਾਨ ਤੇ ਕਿਰਪਾਨ ਵੱਜਦੀ ਉਦੋਂ ਆਵਾਜ਼ ਹੋਰ ਆਉਂਦੀ ਹੈ। ਉਹ ਕਹਿੰਦੇ ਝੜਾਕਾਂ ਮੜਾਕਾਂ, ਵੱਖਰੀਆਂ ਵੱਖਰੀਆਂ ਆਵਾਜ਼ਾਂ ਆ ਰਹੀਆਂ ਹਨ। ਤੇ ਕਹਿੰਦੇ ਵੀ ਹੱਲੇ ਤੇ ਹੱਲਾ ਹੋ ਰਿਹਾ ਹੈ, ਫੌਜਾਂ ਹਿੱਲ ਰਹੀਆਂ,
ਹੱਲਾ ਕਰੋ, ਇਸ ਤਰ੍ਹਾਂ ਦੀ ਆਵਾਜ਼ ਹੋ ਰਹੀ ਹੈ ਤੇ ਲੋਹੇ ਹਿੱਲ ਰਹੇ ਹਨ, ਕਿਤੇ ਬਰਸ਼ੀਆਂ, ਕਿਤੇ ਕਿਰਪਾਨਾਂ, ਕਿਤੇ ਢਾਲਾਂ, ਕਈ ਤਰ੍ਹਾਂ ਦੇ ਸ਼ਸਤਰ ਜਿਹੜੇ ਲੋਹੇ ਤੇ ਲੋਹਾ ਖੜਕ ਰਿਹਾ ਹੈ। ਲੱਗੇ ਸ਼ਰੋਣ ਲਾਲਨ ਫੁੱਲੇ ਢਾਕ ਸੋਹੇ। ਤੇ ਸ਼ਸਤਰਾਂ ਨੂੰ ਖੂਨ ਲੱਗਾ ਹੋਇਆ ਤੇ ਸ਼ਸਤਰ ਲਾਲ ਹੋਏ ਪਏ ਆ। ਤੇ ਜਾਣੋ ਵੀ ਕਹਿੰਦੇ ਵੀ ਢੱਕ ਦੇ ਜਾਂ ਕੇਸੂ ਦੇ ਜਿਹੜੇ ਫੁੱਲ ਵਾ ਉਹ ਸੋਭ ਰਹੇ ਖਿੜੇ ਹੋਏ, ਕਿਉਂਕਿ ਉਹਨਾਂ ਦਾ ਲਾਲ ਰੰਗ ਹੁੰਦਾ ਨਾ। ਸ਼ਿਸ਼ਰੇ ਦੇ ਜਿਹੜੇ ਕਹਿੰਦੇ ਫੁੱਲ ਫੁੱਲੇ ਹੋਏ ਉਹ ਖਿੜੇ ਹੋਏ ਸੋਭ ਰਹੇ ਹਨ। ਕਹਿੰਦੇ ਕਿੰਨੇ ਬਹੁਤੇ ਹੀ ਸਿੱਧ ਆ ਗਏ ਆਕਾਸ਼ ਵਿੱਚ ਤੇ ਗੰਧਰਵ ਆ ਗਏ। ਗੰਧਰਵ ਕਿਹਾ ਜਾਂਦਾ ਸਾਧ ਸੰਗਤ ਜੀ ਦੇਵਤਿਆਂ ਦੇ ਰਾਗੀਆਂ ਨੂੰ। ਦੇਵਤਿਆਂ ਦੇ ਜਿਹੜੇ ਰਾਗੀ ਆ ਗੰਧਰਵ ਉਹ ਵੀ ਆ ਗਏ, ਜਿਨ੍ਹਾਂ ਨੂੰ ਗੁਰਬਾਣੀ ਚ ਮਹਾਰਾਜ ਨੇ ਹਾ ਹਾ ਹੂ ਹੂ ਆਖਿਆ, ਉਹ ਗੰਧਰਵ ਵੀ ਆ ਗਏ। ਕਹਿੰਦੇ ਕਿ ਜਦੋਂ ਉੱਤੇ ਆ ਕੇ ਆਕਾਸ਼ ਵਿੱਚ ਦੇਵਤਿਆਂ ਨੇ ਵਿਬਾਨ ਆਪਣੇ ਖਿਲਾਰੇ ਨਾ ਤੇ ਆਕਾਸ਼ ਵਿੱਚ ਬੜਾ ਪ੍ਰਕਾਸ਼ ਹੋ ਗਿਆ ਉਹਨਾਂ ਵਿਬਾਨਾਂ ਦੇ ਨਾਲ। ਤੇ ਯੁੱਧ ਬੜਾ ਹੀ ਜ਼ਿਆਦਾ ਵਧਿਆ ਹੋਇਆ ਹੈ, ਬਹੁਤ ਵੀਰ ਰਸ ਦੇ ਨਾਲ ਯੁੱਧ ਜਿਹੜਾ ਵਧਿਆ ਹੋਇਆ ਹੈ ਤੇ ਉਤਸ਼ਾਹ ਨਾਲ ਹੋ ਰਿਹਾ ਹੈ। ਤੇ ਵੱਡੀਆਂ ਵੱਡੀਆਂ ਜਿਹੜੀਆਂ ਇੱਲਾਂ ਹਨ, ਗਿਲਜਾਂ ਹਨ, ਉਹ ਉਡਾਰੀਆਂ ਭਰ ਰਹੀਆਂ ਹਨ, ਕਿਉਂਕਿ ਗਿਲਜਾਂ ਉੱਥੇ ਆਉਂਦੀਆਂ ਜਿੱਥੇ ਉਹਨਾਂ ਨੂੰ ਖਾਣ ਵਾਸਤੇ ਮਾਸ ਮਿਲਦਾ। ਗੁਰਬਾਣੀ 'ਚ ਪੰਕਤੀ ਆਉਂਦੀ ਹੈ, ਜਿੱਥੈ ਡਿੱਠਾ ਮਿਰਤਕੋ ਇੱਲ ਬਹੈਠੀ ਆਏ। ਜਿੱਥੇ ਕੋਈ ਮਿਰਤਕ ਦਿਸਦਾ ਉੱਥੇ ਇੱਲ ਆ ਕੇ ਬਹਿੰਦੀ, ਮੁਰਦੇ ਤੇ ਮੁਰਦਾਰ ਤੇ ਇੱਲ ਆਉਂਦੀ। ਇਸ ਕਰਕੇ ਵੱਡੀਆਂ ਵੱਡੀਆਂ ਇੱਲਾਂ ਵੀ ਉੱਥੇ ਆਕਾਸ਼ ਦੇ ਵਿੱਚ ਉੱਡੀਆਂ ਫਿਰਦੀਆਂ, ਕਿਉਂਕਿ ਕਿੰਨੇ ਸਰੀਰ, ਕਿੰਨੀਆਂ ਲਾਸ਼ਾਂ ਉੱਥੇ ਖਿਲਰੀਆਂ ਹੋਈਆਂ ਹਨ। ਤੇ ਕਹਿੰਦੇ ਵੀ ਬਹੁਤ ਹੀ ਭੇੜ ਵੀਰ ਰਸ ਵਿੱਚ ਆ ਕਰਕੇ ਯੋਧੇ ਭਿੜੇ ਹੋਏ ਹਨ। ਹਿਰਦੇ ਦੇ ਵਿੱਚ ਕਹਿੰਦੇ ਵੀ ਜੰਗ ਦੀ ਹੀ ਇੱਕ ਖਬਰ ਹੈ। ਵੱਡੇ ਵੱਡੇ ਕਾਂ, ਕਈ ਪਹਾੜੀ ਕਾਂ, ਕਈ ਆਦੇਸੀ ਕਾਂ, ਉਹ ਖਾ ਖਾ ਕੇ ਮਾਸ ਤੇ ਕੂਕ ਰਹੇ ਹਨ, ਕੂਕਾਂ ਪੁਕਾਰਾਂ ਕਰ ਰਹੇ ਹਨ। ਤੇ ਸੂਰਮਿਆਂ ਦੇ ਸਰੀਰਾਂ ਦੇ ਨੇੜੇ ਨੇੜੇ ਢੁੱਕ ਕੇ ਤੇ ਮਾਸ ਖਾ ਰਹੇ ਮਾਸਾਹਾਰੀ। ਕਾਂ, ਗਿਲਜਾਂ ਆਦਿਕ ਮਾਸ ਖਾ ਰਹੇ ਹਨ। ਤੇ ਖੂਨ ਚੱਲ ਰਿਹਾ ਹੈ ਸਰੀਰਾਂ ਦੇ ਵਿੱਚੋਂ ਤੇ ਧਰਤੀ ਲਾਲ ਹੋ ਗਈ ਖੂਨ ਵਗ ਵਗ ਕੇ। ਕਿੰਨੀਆਂ ਕਿਰਪਾਨਾਂ ਚੱਲੀਆਂ, ਕਿੰਨੇ ਫੱਟ ਹੋਏ, ਕਿੰਨੇ ਉੱਥੇ ਸ਼ਹੀਦ ਹੋ ਗਏ ਤੇ ਉਹਨਾਂ ਦਾ ਖੂਨ ਵਗ ਰਿਹਾ ਹੈ। ਤੇ ਖੂਨ ਦੇ ਨਾਲ ਧਰਤੀ ਚਮਕੌਰ ਸਾਹਿਬ ਦੀ ਲੱਥ ਪੱਥ ਹੋ ਗਈ। ਜਾਣੋ ਕਹਿੰਦੇ ਵੀ ਧਰਤੀ ਨੇ ਚੁੰਨੀ ਲੈ ਲਈ ਲਾਲ ਰੰਗ ਦੀ। ਇਹ ਮਾਈ ਨੇ, ਧਰਤੀ ਰੂਪੀ ਮਾਈ ਨੇ, ਮਾਤਾ ਨੇ, ਇਹ ਬਜ਼ੁਰਗ ਮਾਤਾ ਨੇ ਜਾਣੋ ਕਿ ਲਾਲ ਰੰਗ ਦੀ, ਕਸੁੰਭੇ ਰੰਗ ਦੀ ਚੁੰਨੀ ਲੈ ਲਈ ਹੈ, ਦੁਪੱਟਾ ਹੀ ਲੈ ਲਿਆ ਲਾਲ ਰੰਗ ਦਾ। ਧਰਤੀ ਨੂੰ ਮਾਤਾ ਹੀ ਆਖਿਆ ਨਾ, ਮਾਂ ਹੀ ਆਖਿਆ ਗੁਰਬਾਣੀ 'ਚ ਵੀ। ਮਾਤਾ ਧਰਤ ਮਹੱਤ, ਵੱਡੀ ਮਾਤਾ ਇਹ ਕਹਿੰਦੇ ਧਰਤੀ। ਤਾਂ ਇਸ ਧਰਤੀ ਰੂਪੀ ਮਾਈ ਨੇ ਜਾਣੋ ਕਿ ਲਾਲ ਰੰਗ ਦੀ ਚੁੰਨੀ ਲੈ ਲਈ। ਜਿਹੜੀ ਧਰਤੀ ਲਾਲ ਹੋ ਗਈ ਹੈ ਨਾ, ਸੂਰਮਿਆਂ ਦਾ ਖੂਨ ਰਤ ਡੁੱਲ ਡੁੱਲ ਕੇ ਇਹ ਚੁੰਨੀ ਲਈ ਹੋਈ ਹੈ ਧਰਤੀ ਮਾਂ ਨੇ। ਜਿਸ ਵੇਲੇ ਇਹ ਪੰਜੇ ਹੀ ਮੁਕਤੇ ਸਿੰਘ ਵੀ ਸ਼ਹੀਦੀਆਂ ਪਾ ਗਏ, ਫਿਰ ਪਿਆਰੇ ਦਇਆ ਸਿੰਘ ਤੋਂ ਆਦਿਕ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਜਾ ਕਰਕੇ ਸਿੰਘਾਂ ਨੇ ਦੋਵੇਂ ਹੱਥ ਜੋੜੇ ਆ। ਪਿਆਰੇ ਦਇਆ ਸਿੰਘ ਨੇ, ਬਾਕੀ ਸਾਥੀ ਸਿੰਘਾਂ ਨੇ, ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦੇ ਸਿੰਘ ਕਹਿੰਦੇ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਸਤਿਗੁਰੂ ਜੀ, ਆਪ ਇਹ ਲੜਾਈ ਦਾ ਅਖਾੜਾ, ਇਹ ਜੰਗ ਦਾ ਅਖਾੜਾ ਛੱਡ ਦੇਵੋ। ਮਹਾਰਾਜ ਤੁਸੀਂ ਇਸ ਜੰਗ ਤੋਂ ਕਿਨਾਰਾ ਕਰ ਜਾਓ ਤੇ ਕਿਸੇ ਪਾਸੇ ਨੂੰ ਕੂਚ ਕਰ ਜਾਓ, ਇੱਥੇ ਚਲੇ ਜਾਓ। ਮਹਾਰਾਜ ਸਾਡੀ ਬੇਨਤੀ ਹੈ। ਮਹਾਰਾਜ ਸਾਰੇ ਸਿੰਘ ਇੱਥੇ ਜੂਝਦੇ ਹੋਏ ਭਾਰੀ ਸ਼ਤਰੂਆਂ ਦੇ ਨਾਲ ਸ਼ਹੀਦੀਆਂ ਪਾ ਗਏ ਹਨ। ਅਨੰਦਪੁਰ ਸਾਹਿਬ ਤੋਂ ਲੈ ਕੇ ਇੱਥੋਂ ਤੀਕ, ਹੁਣ ਅੱਜ ਦੇ ਵੀ ਸਵੇਰ ਤੋਂ ਲੈ ਕੇ ਹੁਣ ਤੀਕ ਕਿੰਨੇ ਜਿਹੜੇ ਸਿੰਘ ਵਾ ਉਹ ਜੂਝਦੇ ਜੂਝਦੇ ਸ਼ਹੀਦੀਆਂ ਪਾ ਗਏ ਹਨ। ਹਿਰਦੇ ਵਿੱਚ ਧੀਰਜ ਧਾਰਨ ਕਰਕੇ
ਤੇ ਇਸ ਯੁੱਧ ਦੇ ਵਿੱਚ ਉਹਨਾਂ ਸ਼ਹੀਦੀਆਂ ਪਾ ਲਈਆਂ ਸਿੰਘਾਂ ਨੇ। ਬਚੈ ਆਪ ਤੂ ਦੇ ਚਾਹੇ ਜੁਝਾਰੇ। ਮਹਾਰਾਜ ਹੁਣ ਜਿੰਨੇ ਵੀ ਜੁਝਾਰੂ ਸਿੰਘ ਰਹਿੰਦੇ ਆ ਨਾ, ਉਹ ਸਾਰੇ ਹੀ ਇਹ ਚਾਹੁੰਦੇ ਆ ਵੀ ਆਪ ਜੀ ਦਾ ਸਰੀਰ ਬਚ ਜਾਵੇ, ਆਪ ਜੀ ਦੀ ਦੇਹ ਸਲਾਮਤ ਰਵੇ, ਕਿ ਆਪ ਇਹ ਜੰਗ ਨਾ ਕਰੋ, ਆਪ ਜੀ ਇੱਥੇ ਸ਼ਹੀਦ ਨਾ ਹੋ, ਆਪ ਜੀ ਦਾ ਸਰੀਰ ਸਲਾਮਤ ਰਹਿਣਾ ਚਾਹੀਦਾ ਹੈ। ਅਜੋ ਜੰਗ ਕੋ ਢੰਗ ਦੂਜੈ ਕਿਨਾਰੇ। ਇਸ ਕਰਕੇ ਮਹਾਰਾਜ ਸਾਰੇ ਸਿੰਘਾਂ ਦੀ ਸਾਡੀ ਬੇਨਤੀ ਹੈ, ਇਹ ਜੰਗ ਦਾ ਢੰਗ ਛੱਡ ਦੇਵੋ, ਆਪ ਜੀ ਕਿਨਾਰਾ ਕਰ ਜਾਓ ਜੰਗ ਤੋਂ। ਭਲੀ ਬੇਨਤੀ ਸ਼ਿਵੈ ਸਿੰਘਾਨ ਕੇਰੀ। ਸਾਰੇ ਸਿੰਘਾਂ ਨੇ ਬਹੁਤੀਆਂ ਬੇਨਤੀਆਂ ਕੀਤੀਆਂ, ਧਨੀ ਬੇਨਤੀ ਵੀ ਬਹੁਤੀਆਂ ਬੇਨਤੀਆਂ ਕੀਤੀਆਂ। ਸਾਰੇ ਸਿੰਘਾਂ ਦੀਆਂ ਬਹੁਤੀਆਂ ਬੇਨਤੀਆਂ ਸੁਣ ਕਰਕੇ ਹੱਸੇ ਦੀਨ ਦਇਆਲਨ ਭਲਿਓ ਤਾਹੇ ਮੇਰੇ। ਮਹਾਰਾਜ ਹੱਸੇ ਕਲਗੀਧਰ ਪਾਤਸ਼ਾਹ ਸਿੰਘਾਂ ਦੀਆਂ ਬੇਨਤੀਆਂ ਸੁਣ ਕੇ, ਕਿਉਂਕਿ ਗਰੀਬ ਨਵਾਜ਼ ਜੰਗ ਕਰਨਾ ਚਾਹੁੰਦੇ ਤੇ ਮੌਜ ਦੇ ਮਾਲਕ ਸਤਿਗੁਰੂ ਜੀ ਇਹ ਸਾਰਾ ਖੇਲ ਤਮਾਸ਼ਾ ਵੇਖ ਰਹੇ ਆ। ਆਖਿਆ ਵੀ ਹੈ ਨਾ ਮਹਾਰਾਜ ਨੇ ਵੀ ਦੇਖਣ ਆਇਓ ਜਗਤ ਤਮਾਸ਼ਾ। ਹੱਸੇ ਦੀਨ ਦਇਆਲਨ, ਦੀਨਾਂ ਤੇ ਗਰੀਬਾਂ ਤੇ ਦਇਆ ਕਰਨ ਵਾਲੇ ਉਸ ਵੇਲੇ ਹੱਸੇ ਤੇ ਕਹਿਣ ਲੱਗੇ, ਵੇਖੋ ਖੱਗ ਕੀਰਤਨ ਬਿਲਾਸਨ ਤਮਾਸ਼ਾ। ਮਹਾਰਾਜ ਕਹਿੰਦੇ ਖੜਗ ਕੇਤ ਦਾ ਤਮਾਸ਼ਾ ਵਾ ਸਿੰਘੋ ਵੇਖੀ ਚੱਲੋ। ਮਹਾਰਾਜ ਖੜਗ ਕੇਤ ਕਹਿੰਦੇ ਵਾਹਿਗੁਰੂ ਨੂੰ। ਕਲਗੀਧਰ ਪਾਤਸ਼ਾਹ ਜਿੱਥੇ ਆਪ ਵੀਰ ਰਸ ਖਾਲਸੇ ਨੂੰ ਵੀਰ ਰਸੀ ਬਾਣਾ ਦਿੱਤਾ, ਤੇ ਉੱਥੇ ਮਹਾਰਾਜ ਸਾਹਿਬ ਨੇ ਪਰਮੇਸ਼ਰ ਦੇ ਨਾਮ ਵੀ ਵੀਰ ਰਸੀ ਰੱਖੇ। ਮਹਾਰਾਜ ਨੇ ਅਸ ਪਾਨ, ਅਸ ਕੇਤ, ਅਸ ਧੁਜ, ਖੜਗ ਕੇਤ, ਐ ਤਲਵਾਰਾਂ ਦੇ ਨਾਂ ਤੇ ਨਾਂ ਰੱਖੇ ਰੱਬ ਦੇ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲੇਹੋ ਉਵਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਕਹਿੰਦੇ ਖੜਗ ਕੇਤ ਦਾ ਤਮਾਸ਼ਾ ਸਿੰਘੋ ਵੇਖੋ। ਕਰੋ ਬੇਦ ਤੇ ਬੇਈਮਾਨੈ ਬਿਨਾਸਾ। ਮਹਾਰਾਜ ਕਹਿੰਦੇ ਅਸੀਂ ਤੇ ਸਿੰਘੋ ਇਹ ਕਹਿੰਦੇ ਆ ਵੀ ਬਹੁਤ ਛੇਤੀ ਦੇ ਨਾਲ ਇਹਨਾਂ ਬੇਈਮਾਨਾਂ ਦਾ ਖਾਤਮਾ ਕਰੋ। ਇਹਨਾਂ ਨੇ ਈਮਾਨ ਛੱਡ ਦਿੱਤਾ, ਕਸਮਾਂ ਖਾ ਕਰਕੇ ਕਸਮਾਂ ਭੁਲਾ ਦਿੱਤੀਆਂ। ਇਹ ਬੇਈਮਾਨ ਲੋਕ ਆ ਤੇ ਇਹਨਾਂ ਦਾ ਖਾਤਮਾ ਕਰੋ। ਤੋ ਗਰੀਬ ਨਵਾਜ਼ ਸਾਹਿਬ ਜੀ ਨੂੰ ਫਿਰ ਕਿਵੇਂ ਸਿੰਘ ਫੇਰ ਕਹਿੰਦੇ ਆ, ਤੇ ਸਤਿਗੁਰੂ ਕਿਵੇਂ ਮਹਾਰਾਜ ਸਾਹਿਬ ਜੀ ਖਾਲਸੇ ਨੂੰ ਵਡਿਆਈ ਦੇਣਗੇ, ਕਿਵੇਂ ਗੜੀ ਛੱਡਣਗੇ, ਇਹ ਸਾਧ ਸੰਗਤ ਜੀ ਅਗਲੇ ਪ੍ਰਸੰਗਾਂ ਵਿੱਚ ਇਤਿਹਾਸ ਆਵੇਗਾ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਦ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ